ਇਹ ਪੰਜਾਬੀ ਰੇਡੀਓ USA ਹੈ। ਯਾਰ ਦੋਸਤੋ, ਮੈਂ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੋਸਾਂਝ ਹਾਜ਼ਰ ਹੋਣ ਜਾ ਰਿਹਾ ਆਪਣਾ ਹਫ਼ਤਾਵਾਰੀ ਪ੍ਰੋਗਰਾਮ ਸਾਂਝੀ ਸੱਥ ਲੈ ਕੇ। ਸਾਂਝੀ ਸੱਥ ਦੇ ਵਿੱਚ ਅਸੀਂ ਹਰ ਹਫ਼ਤੇ ਪੰਜਾਬ ਤੇ ਭਾਰਤ ਦੀ ਸਿਆਸਤ ਬਾਰੇ ਚਰਚਾ ਕਰਦੇ ਹਾਂ। ਕੁਝ ਟਿੱਪਣੀਆਂ ਆਪਣੇ ਵੱਲੋਂ ਅਸੀਂ ਕਰਦੇ ਹਾਂ ਤੇ ਅੱਜ ਜਦੋਂ ਅਸੀਂ ਸਾਂਝੀ ਸੱਥ ਦੇ ਵਿੱਚ ਤੁਹਾਡੇ ਰੂਬਰੂ ਹਾਂ ਤੇ ਅਸੀਂ ਸਮਝਦੇ ਹਾਂ ਕਿ ਕੁਝ ਬਹੁਤ ਜ਼ਰੂਰੀ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਟਿੱਪਣੀਆਂ ਕਰਨੀਆਂ ਚਾਹੀਦੀਆਂ ਨੇ। ਸੋ ਬੜੀਆਂ ਸੰਖੇਪ ਟਿੱਪਣੀਆਂ ਅੱਜ ਦੀ ਸਾਂਝੀ ਸੱਥ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਸਭ ਤੋਂ ਪਹਿਲਾਂ ਅਸੀਂ ਜਿਹੜੀ ਗੱਲ ਕਰਨੀ ਚਾਹੁੰਦੇ ਹਾਂ ਉਹ HS ਫੂਲਕਾ ਹੋਰਾਂ ਦਾ ਜਿਹੜਾ ਅਸਤੀਫਾ ਹੈ, ਪੰਜਾਬ ਵਿਧਾਨ ਸਭਾ ਦੀ ਮੈਂਬਰੀ ਤੋਂ ਉਹਨਾਂ ਨੇ ਅਸਤੀਫਾ ਦਿੱਤਾ ਹੈ, ਉਹਦੇ ਤੇ ਚਰਚਾ ਕਰਨੀ ਚਾਹੁੰਦੇ ਹਾਂ। HS ਫੂਲਕਾ ਸਰਦਾਰ ਹਰਵਿੰਦਰ ਸਿੰਘ ਫੂਲਕਾ ਹੋਰਾਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਤੌਰ ਤੇ ਦਾਖਾ ਸੀਟ ਜਿੱਤੀ ਸੀ ਤੇ ਉਸ ਤੋਂ ਬਾਅਦ ਕਈ ਵਾਰ ਇਸ ਤਰ੍ਹਾਂ ਦਾ ਮਾਹੌਲ ਬਣਿਆ ਵੀ ਜਦੋਂ ਉਹਨਾਂ ਨੇ ਬਾਰ-ਬਾਰ ਇੱਦਾਂ ਦੀਆਂ ਗੱਲਾਂ ਕੀਤੀਆਂ ਕਿ ਉਹ ਕੰਫਰਟੇਬਲ ਨਹੀਂ ਹੈਗੇ ਇਹ ਇੱਕ ਵਿਧਾਇਕ ਦੇ ਤੌਰ ਦੇ ਉੱਤੇ ਕੰਮ ਕਰਦੇ ਆ। ਉਹਨਾਂ ਨੂੰ ਇਹ ਫੀਲਿੰਗ ਆ ਰਹੀ ਹੈ, ਉਹਨਾਂ ਨੂੰ ਇਹ ਮਹਿਸੂਸ ਹੋ ਰਿਹਾ ਕਿ ਉਹ ਜੋ ਕਰਨਾ ਚਾਹੁੰਦੇ ਆ ਇੱਕ ਵਿਧਾਇਕ ਦੇ ਤੌਰ ਤੇ ਉਹ ਨਹੀਂ ਕਰ ਪਾ ਰਹੇ। ਇਸ ਕਰਕੇ ਖਾਸ ਤੌਰ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਸਲੇ ਦੇ ਉੱਤੇ ਉਹਨਾਂ ਨੇ ਇੱਕ ਸਟੈਂਡ ਲਿਆ। ਉਸ ਸਟੈਂਡ ਨੂੰ ਅੱਗੇ ਤੋੜਦਿਆਂ ਉਹਨਾਂ ਨੇ ਪਹਿਲਾਂ ਅਸਤੀਫੇ ਦਾ ਐਲਾਨ ਕੀਤਾ, ਬਾਅਦ ਵਿੱਚ ਉਹਨਾਂ ਨੇ ਕਿਹਾ ਕਿ ਉਹ ਹਾਲੇ ਵੇਟ ਐਂਡ ਸੀ ਦੇ ਪੋਜੀਸ਼ਨ ਦੇ ਵਿੱਚ ਹੈਗੇ, ਇਸ ਕਰਕੇ ਉਹ ਅਸਤੀਫਾ ਜਿਹੜਾ ਹਾਲੇ ਨਹੀਂ ਦੇਣਗੇ, ਪਰ ਆਖਰਕਾਰ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ। ਅਸਤੀਫਾ HS ਫੂਲਕਾ ਹੋਰਾਂ ਦਾ ਕਿ ਸੱਚਮੁੱਚ ਦਰੁਸਤ ਫੈਸਲਾ ਹੈ ਜਾਂ ਉਹਨਾਂ ਨੇ ਭਾਵੁਕਤਾ ਦੇ ਵਿੱਚ ਇਹ ਫੈਸਲਾ ਕੀਤਾ, ਇਹਦੇ ਤੇ ਚਰਚਾ ਜਿਹੜੀ ਹੈ ਹਰ ਪਾਸੇ ਚੱਲ ਰਹੀ ਹੈ। ਹੁਣ ਜਦੋਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਤੇ ਉਹਨਾਂ ਦੇ ਖਿਲਾਫ ਬਹੁਤ ਸਾਰੀਆਂ ਗੱਲਾਂ ਹੋ ਰਹੀਆਂ ਨੇ। ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਪਾਰਟੀ ਵਾਲੇ ਵੀ ਇਹ ਕਹਿ ਰਹੇ ਆ ਕਿ ਉਹਨਾਂ ਨੇ ਜਿਹੜਾ ਅਸਤੀਫਾ ਦਿੱਤਾ ਉਹ ਦਰੁਸਤ ਉਹਨਾਂ ਦਾ ਫੈਸਲਾ ਨਹੀਂ ਹੈ, ਪਰ ਨਾਲ ਨਾਲ ਆਮ ਆਦਮੀ ਪਾਰਟੀ ਦਾ ਵੀ ਇੱਕ ਧੜਾ ਹੈ ਜਿਹੜਾ ਇਹ ਗੱਲ ਕਹਿ ਰਿਹਾ ਕਿ ਉਹਨਾਂ ਨੇ ਅਸਤੀਫਾ ਦੇ ਕੇ ਠੀਕ ਨਹੀਂ ਕੀਤਾ। ਇਹ ਤੇ ਸਾਡੀ ਟਿੱਪਣੀ ਬਾਅਦ ਚ ਆਏਗੀ, ਪਰ ਅੱਜ ਜਦੋਂ ਉਹਨਾਂ ਨੇ ਅਸਤੀਫਾ ਦੇ ਦਿੱਤਾ, ਹਾਲੇ ਅਸਤੀਫਾ ਪ੍ਰਵਾਨ ਹੋਣਾ ਹੈ, ਪਰ ਦਿੱਲੀ ਦੇ ਵਿੱਚ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ। ਪ੍ਰੈਸ ਕਾਨਫਰੰਸ ਕਰਕੇ HS ਫੂਲਕਾ ਨੇ ਗੱਲ ਕਹੀ ਹੈ ਕਿ ਕਾਂਗਰਸ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਜਿਹੜੇ ਆ ਉਹ ਉਹਨਾਂ ਦੇ ਅਸਤੀਫੇ ਦਾ ਉਹਨਾਂ ਨੇ ਵਿਰੋਧ ਕਰਨਾ ਹੀ ਸੀ, ਪਰ ਉਹਨਾਂ ਨੂੰ ਦੁੱਖ ਇਸ ਗੱਲ ਦਾ ਹੈ ਕਿ ਉਹਨਾਂ ਦੀ ਪਾਰਟੀ ਦੇ ਕੁਝ ਲੋਕ ਜਾਣੀ ਆਮ ਆਦਮੀ ਪਾਰਟੀ ਦੇ ਕੁਝ ਲੋਕ ਉਹਨਾਂ ਦਾ ਵਿਰੋਧ ਕਰ ਰਹੇ ਆ। ਖਾਸ ਤੌਰ ਤੇ ਉਹਨਾਂ ਨੇ ਪਿਨ ਪੁਆਇੰਟ ਕੀਤਾ ਸੁਖਪਾਲ ਸਿੰਘ ਖਹਿਰਾ ਦਾ। ਉਹਨਾਂ ਨੇ ਸੁਖਪਾਲ ਸਿੰਘ ਖਹਿਰਾ ਦਾ ਜ਼ਿਕਰ ਕਰਕੇ ਕਿਹਾ ਵੀ ਸੁਖਪਾਲ ਸਿੰਘ ਖਹਿਰਾ ਇਹ ਦੱਸਣ ਵੀ ਜੇ ਮੈਂ ਅਸਤੀਫਾ ਦਿੱਤਾ ਤੇ ਇਹਦੇ ਨਾਲ ਉਹਨਾਂ ਦਾ ਕੀ ਨੁਕਸਾਨ ਹੈ, ਕਿਉਂਕਿ ਖਹਿਰਾ ਹੋਰਾਂ ਨੇ ਕੁਝ ਇੱਦਾਂ ਦੀਆਂ ਗੱਲਾਂ ਕੀਤੀਆਂ ਨੇ ਜਿਹੜੀਆਂ ਉਹਨਾਂ ਨੂੰ ਪਚੀਆਂ ਨਹੀਂ। ਸੁਖਪਾਲ ਸਿੰਘ ਖਹਿਰਾ ਨੇ ਗੱਲ ਕਹੀ ਹੈ ਕਿ ਉਹਨਾਂ ਨੂੰ ਅਸਤੀਫਾ ਨਹੀਂ ਸੀ ਦੇਣਾ ਚਾਹੀਦਾ, ਲੋਕਾਂ ਨੇ ਉਹਨਾਂ ਨੂੰ ਚੁਣਿਆ ਸੀ, ਲੋਕਾਂ ਨੇ ਉਹਨਾਂ ਨੂੰ ਵਿਧਾਇਕ ਦੇ ਤੌਰ ਤੇ ਲੈ ਕੇ ਆਂਦਾ ਤੇ ਲੱਖਾਂ ਲੋਕਾਂ ਨੇ ਉਹਨੂੰ ਵੋਟ ਕੀਤਾ ਤੇ ਉਹਨਾਂ ਲੋਕਾਂ ਨੂੰ ਕੀ ਜਵਾਬ ਦੇਣਗੇ, ਇਹ ਖਹਿਰਾ ਹੋਰਾਂ ਦੇ ਸਵਾਲ ਨੇ। ਤੇ ਖਹਿਰਾ ਸਾਹਿਬ ਨੂੰ ਉਹਨਾਂ ਨੇ ਚੁਣੌਤੀ ਦਿੱਤੀ ਇਹ ਕਹਿ ਕੇ ਵੀ ਖਹਿਰਾ ਸਾਹਿਬ ਇਹ ਦੱਸਣ ਵੀ ਮੇਰਾ ਅਸਤੀਫਾ ਦੇਣਾ ਜਾਇਜ਼ ਕਿਉਂ ਨਹੀਂ ਹੈ। ਨਾਲ ਦੀ ਨਾਲ ਉਹਨਾਂ ਨੇ ਚੁਣੌਤੀ ਦਿੱਤੀ ਹੈ ਖਹਿਰਾ ਸਾਹਿਬ ਨੂੰ ਵੀ ਉਹ ਵੀ ਇਹ ਵੀ ਦੱਸਣ ਵੀ ਉਹਨਾਂ ਨੇ ਆਪਣੇ ਹਲਕੇ 'ਚ ਕਿਹੜੇ ਕਿਹੜੇ ਕੰਮ ਕਰਾ ਦਿੱਤੇ ਆ। ਜਦਕਿ ਤੁਹਾਨੂੰ ਇਹ ਯਾਦ ਰੱਖਣਾ ਚਾਹੀਦਾ, ਮੈਂ ਆਪਣੇ ਵੱਲੋਂ ਇਹ ਗੱਲ ਕਹਿ ਰਿਹਾ, ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ ਪੰਜਾਬ ਵਿਧਾਨ ਸਭਾ ਦੇ ਵਿੱਚ ਪਿਛਲੇ ਸੈਸ਼ਨ ਦੇ ਵਿੱਚ ਧਰਨਾ ਲੱਗਾ, ਆਮ ਆਦਮੀ ਪਾਰਟੀ ਦੇ ਬਾਗੀ ਧੜਿਆਂ ਨੇ ਜਿਹੜਾ ਧਰਨਾ ਲਾਇਆ, ਉਹਦੇ ਵਿੱਚ ਸੁਖਪਾਲ ਸਿੰਘ ਖਹਿਰਾ ਦੇ ਨਾਲ ਖੁਦ HS ਫੂਲਕਾ ਵੀ ਸ਼ਾਮਲ ਹੋਏ ਸੀ। ਪਰ ਹੁਣ ਸੁਖਪਾਲ ਸਿੰਘ ਖਹਿਰਾ ਨੇ ਜਿਹੜਾ ਉਹਨਾਂ ਨੂੰ ਇਹ ਗੱਲ ਕਹੀ ਹੈ ਕਿ ਉਹਨਾਂ ਨੇ ਅਸਤੀਫਾ ਗਲਤ ਦਿੱਤਾ ਹੈ ਤੇ ਉਹਦੇ ਤੇ ਉਹਨਾਂ ਨੇ ਟਿੱਪਣੀ ਕੀਤੀ ਹੈ ਕਿ ਸੁਖਪਾਲ ਸਿੰਘ ਖਹਿਰਾ ਨੂੰ ਘੱਟੋ ਘੱਟ ਆਪਣੇ ਕੰਮ ਕਰਾਉਣੇ ਚਾਹੀਦੇ ਹੈ। ਤੇ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਦਾ ਜਿਹੜਾ ਧੜਾ ਆ ਉਹ ਸੋਸ਼ਲ ਮੀਡੀਆ ਦੇ ਖਿਲਾਫ ਉਹਨਾਂ ਦੇ ਖਿਲਾਫ ਲਗਾਤਾਰ ਜਿਹੜੀ ਹੈ ਚਰਚਾ ਕਰ ਰਿਹਾ ਵੀ ਅਸਲ 'ਚ ਚਾਹੀਦਾ ਤੇ ਇਹ ਸੀ ਕਿ ਮੈਂ ਇੱਕ ਦਬਾਅ ਬਣਾ ਰਿਹਾ ਸੀ। ਉਹਨਾਂ ਨੇ ਇਹ ਕਿਹਾ HS ਫੂਲਕਾ ਨੇ, ਮੈਂ ਇੱਕ ਦਬਾਅ ਬਣਾ ਰਿਹਾ ਸੀ ਵੀ ਜਿਹੜੇ 5 ਮੰਤਰੀ ਆ ਪੰਜਾਬ ਸਰਕਾਰ ਦੇ ਉਹ ਲਗਾਤਾਰ ਪੰਜਾਬ ਵਿਧਾਨ ਸਭਾ ਦੇ ਵਿੱਚ ਰੌਲਾ ਪਾ ਰਹੇ ਸੀ, ਜਿਸ 'ਚ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਦਾ ਨਾਂ ਵੀ ਲਿਆ ਵੀ ਹਾਂ ਬੇਅਦਬੀ ਕਾਂਡ ਦੇ ਜਿਹੜੇ ਮੁਲਜ਼ਮ ਨੇ ਜਾਂ ਦੋਸ਼ੀ ਨੇ ਜਿਨ੍ਹਾਂ ਨੇ ਬੇਅਦਬੀ ਕਾਂਡ ਦੇ ਦੌਰਾਨ ਗੋਲੀ ਚਲਾਉਣ ਦੇ ਹੁਕਮ ਦਿੱਤੇ ਹੈ ਉਹਦਾ ਚਰਚਾ ਉਹ ਕਰ ਰਹੇ ਨੇ ਵਿਧਾਇਕ ਨਵਜੋਤ ਸਿੰਘ ਸਿੱਧੂ ਤੇ ਸਮੇਤ ਵੀ ਉਹ ਰਿਜ਼ਾਈਨ ਕਰਨ ਤੇ ਉਹਨਾਂ ਤੇ ਐਕਸ਼ਨ ਨਹੀਂ ਹੋ ਰਿਹਾ। ਉਹਨਾਂ ਨੇ ਕੋਈ ਰਿਜ਼ਾਈਨ ਨਹੀਂ ਕੀਤਾ, ਇਸ ਕਰਕੇ ਮੈਂ ਤਾਂ ਰਿਜ਼ਾਈਨ ਦਿਆਂਗਾ। ਉਹਨਾਂ ਦਾ ਰਿਜ਼ਾਈਨ ਸਹੀ ਹੈ ਜਾਂ ਗਲਤ ਹੈ ਇਹਦੇ ਤੇ ਵੱਖਰੀ ਚਰਚਾ ਹੋ ਸਕਦੀ ਹੈ, ਪਰ ਉਹਨਾਂ ਦੀ ਆਪਣੀ ਪਾਰਟੀ ਦੇ ਅੰਦਰ ਖਾਸ ਤੌਰ ਤੇ ਸੁਖਪਾਲ ਸਿੰਘ ਖਹਿਰਾ ਧੜੇ ਵੱਲੋਂ ਜਿਸ ਤਰ੍ਹਾਂ ਦੀ ਚਰਚਾ ਕੀਤੀ ਗਈ ਹੈ ਉਹਦੇ ਤੋਂ ਬਹੁਤ ਦੁਖੀ ਨੇ HS ਫੂਲਕਾ। HS ਫੂਲਕਾ ਦਾ ਕਹਿਣਾ ਇਹ ਹੈ ਕਿ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲ ਨੂੰ ਬਚਾਉਣ ਵਾਸਤੇ
ਬਕਾਇਦਾ ਮੈਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਮੈਨੂੰ ਘੇਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਲੋਕ ਕਹਿ ਰਹੇ ਕਿ ਮੈਂ ਭਾਵੁਕ ਹੋ ਗਿਆ, ਪਰ ਬਰਗਾੜੀ ਦਾ ਜਿਹੜਾ ਮੁੱਦਾ ਹੈ ਉਹਦੇ ਪ੍ਰਤੀ ਮੇਰੇ ਮਨ 'ਚ ਦਰਦ ਸੀ, ਜਿਸ ਕਰਕੇ ਮੈਂ ਇਹ ਰਿਜ਼ਾਈਨ ਕੀਤਾ। ਮੈਂ ਇੱਕ ਸਵਾਲ ਉਠਾਇਆ, ਸਵਾਲ ਦੇ ਜਵਾਬ ਜਿਹੜੇ ਆ ਲੋਕਾਂ ਨੂੰ ਦੇਣੇ ਚਾਹੀਦੇ ਆ। ਨਾਲ ਉਹਨਾਂ ਨੇ ਕਿਹਾ ਕਿ ਇਹ ਮੁੱਦਾ ਸਮਝਣ ਵਾਸਤੇ ਸਮਾਂ ਲੱਗੇਗਾ, ਹਜੇ ਇਹਦੇ ਤੇ ਵਕਤ ਲੱਗੇਗਾ ਕਿ ਇਹ ਮੁੱਦਾ ਕਿੰਨਾ ਸੰਵੇਦਨਸ਼ੀਲ ਹੈ, ਤੇ ਮੈਂ ਇਕੱਲੇ ਤੌਰ ਤੇ ਲੜਨ ਦਾ ਜਿਹੜਾ ਫੈਸਲਾ ਕਰ ਲਿਆ। ਤੇ ਮੈਂ ਇਹ ਮੰਗ ਕਰ ਰਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੇ ਸੁਮੇਧ ਸੈਣੀ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਹੋਵੇ। ਉਹਨਾਂ ਨੇ ਇਹ ਮੰਗ ਰੱਖੀ ਹੈ ਕਿਉਂਕਿ ਇਹਨਾਂ ਨੇ ਗੋਲੀ ਚਲਾਉਣ ਦੇ ਹੁਕਮ ਦਿੱਤੇ ਸੀ, ਉਹਨਾਂ ਦਾ ਕਹਿਣਾ ਇਹ ਹੈ। ਹੁਣ ਇਹਦੇ ਤੇ ਜੇ ਅਸੀਂ ਟਿੱਪਣੀ ਕਰਨੀ ਹੋਵੇ ਤਾਂ ਅਸੀਂ ਇਹ ਸਮਝਦੇ ਹਾਂ ਕਿ HS ਫੂਲਕਾ ਸਾਹਿਬ ਨੇ ਜਿਹੜਾ ਰਿਜ਼ਾਈਨ ਕੀਤਾ, ਸਾਨੂੰ ਇਹ ਲੱਗਦਾ ਘੱਟੋ ਘੱਟ ਸਾਂਝੀ ਸੱਥ ਦੇ ਵਿੱਚ ਜਦੋਂ ਮੈਂ ਗੱਲ ਕਰ ਰਿਹਾ ਤੇ ਮੈਨੂੰ ਇਹ ਲੱਗਦਾ ਹੈ ਕਿ ਉਹਨਾਂ ਦਾ ਅਸਤੀਫਾ ਦੇਣਾ ਕੋਈ ਬਹੁਤ ਦਰੁਸਤ ਫੈਸਲਾ ਨਹੀਂ ਹੈ, ਕਿਉਂਕਿ ਉਹਨਾਂ ਨੇ ਅਸਤੀਫਾ ਦੇ ਕੇ ਕੋਈ ਦਬਾਅ ਬਣਾ ਦਿੱਤਾ ਹੋਵੇ ਪੰਜਾਬ ਸਰਕਾਰ ਤੇ, ਇਹ ਤਾਂ ਲੱਗਦਾ ਨਹੀਂ ਹੈ। ਕਿਉਂਕਿ ਪੰਜਾਬ ਸਰਕਾਰ ਨੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਨੇ ਜਿਸ ਤਰ੍ਹਾਂ ਦੇ ਸਟੈਂਡ ਲਏ ਨੇ, ਉਹ ਇਸ ਮੁੱਦੇ ਦੇ ਉੱਤੇ ਕੋਈ ਕਾਰਵਾਈ ਕਰਨ ਨੂੰ ਤਿਆਰ ਨਹੀਂ ਹੈਗੇ। ਉਹਨਾਂ ਦੇ ਅਸਤੀਫੇ ਦੇਣ ਤੋਂ ਬਾਅਦ ਕੀ ਉਹ ਕਾਰਵਾਈ ਕਰ ਦੇਣਗੇ? ਇਹਦੇ ਤੇ ਬਕਾਇਦਾ ਖਦਸ਼ਾ ਰਹੇਗਾ, ਇਹਦੇ ਤੇ ਸ਼ੱਕ ਰਹੇਗੀ। ਮੈਨੂੰ ਇਹ ਲੱਗਦਾ ਹੈ ਵੀ ਜਿਹੜਾ ਰਿਜ਼ਾਈਨ ਹੈ HS ਫੂਲਕਾ ਸਾਹਿਬ ਦਾ, ਉਹ ਦਬਾਅ ਤਾਂ ਕੋਈ ਬਣਾ ਨਹੀਂ ਸਕੇਗਾ, ਸਗੋਂ ਉਹਨਾਂ ਨੇ ਪਲੇਟ ਵਿੱਚ ਰੱਖ ਕੇ ਇੱਕ ਸੀਟ, ਦਾਖੇ ਵਾਲੀ ਸੀਟ ਜਿੱਥੋਂ ਜਿੱਤੇ ਸੀ, ਜਿੱਥੇ ਲੋਕਾਂ ਨੇ ਉਹਨਾਂ ਨੂੰ ਬਹੁਤ ਵੱਡੀ ਇੱਕ ਹਮਾਇਤ ਦਿੱਤੀ ਸੀ, ਵੋਟਾਂ ਪਾਈਆਂ ਸੀ, ਉਹ ਸੀਟ ਕਾਂਗਰਸ ਪਾਰਟੀ ਵਾਸਤੇ ਛੱਡ ਦਿੱਤੀ ਹੈ। ਤੁਸੀਂ ਕਾਂਗਰਸ ਪਾਰਟੀ ਦੇ ਖਿਲਾਫ ਇੱਕ ਸਟੈਂਡ ਲੈ ਰਹੇ ਹੋ ਤੇ ਕਾਂਗਰਸ ਪਾਰਟੀ ਨੂੰ ਉਹ ਸੀਟ ਦੇ ਰਹੇ ਹੋ। ਹੁਣ ਅੱਜ ਉਹਨਾਂ ਨੇ ਰਿਜ਼ਾਈਨ ਕਰਤਾ, ਕੱਲ ਨੂੰ ਉਹਦਾ ਰਿਜ਼ਾਈਨ ਜਿਹੜਾ ਪ੍ਰਵਾਨ ਹੋ ਜਾਏਗਾ। ਉਸ ਤੋਂ ਬਾਅਦ ਲਾਜ਼ਮੀ ਤੌਰ ਦੇ ਉੱਤੇ ਉੱਥੇ ਚੋਣਾਂ ਹੋਣਗੀਆਂ, ਦਾਖਾ ਸੀਟ ਦੇ ਉੱਤੇ ਵੋਟ ਪਏਗੀ, ਤੇ ਵੋਟ ਜਦੋਂ ਪਏਗੀ ਕੀ ਸੁਖਪਾਲ ਸਿੰਘ ਖਹਿਰਾ ਦਾ ਜਿਹੜਾ ਉਹ ਜ਼ਿਕਰ ਕਰ ਰਹੇ ਆ ਕਿ ਉਹਨਾਂ ਦਾ ਧੜਾ ਉੱਥੇ ਕੋਈ ਆਪਣਾ ਉਮੀਦਵਾਰ ਦੇਗਾ, ਨਹੀਂ ਦੇਗਾ, ਕਿ ਉੱਥੇ ਆਮ ਆਦਮੀ ਪਾਰਟੀ ਆਪਣਾ ਉਮੀਦਵਾਰ ਦੇਗੀ। ਲਾਜ਼ਮੀ ਤੌਰ ਤੇ ਜੇ ਆਮ ਆਦਮੀ ਪਾਰਟੀ ਚਾਹੇਗੀ, ਜਿਹੜੀ ਆਫੀਸ਼ੀਅਲ ਪਾਰਟੀ ਆਮ ਆਦਮੀ ਪਾਰਟੀ ਦੀ, ਉਹ ਆਪਣਾ ਕੈਂਡੀਡੇਟ ਉੱਥੇ ਦੇ ਸਕਦੀ ਹੈ ਕਿਉਂਕਿ ਉਹਨਾਂ ਦੀ ਸੀਟ ਆ ਉਹ। ਪਰ ਕੀ ਖੁਦ ਫੇਰ ਤੋਂ HS ਫੂਲਕਾ ਸੀਟ ਤੇ ਆਉਣਗੇ? ਉਹ ਨਹੀਂ ਆਉਣਗੇ। ਜਿਨ੍ਹਾਂ ਨੇ ਸੀਟ ਜਿੱਤੀ ਹੋਈ ਛੱਡ ਦਿੱਤੀ, ਉੱਥੇ ਕਿਉਂ ਆਉਣਗੇ? ਫਿਰ ਇਹਦਾ ਸਾਫ਼ ਮਤਲਬ ਹੈ ਕਿ ਉਹ ਦਾਖਾ ਸੀਟ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਤੇ ਕਾਂਗਰਸ ਪਾਰਟੀ ਦਾ ਮੁਕਾਬਲਾ ਹੋਏਗਾ। ਜੇ ਆਮ ਆਦਮੀ ਪਾਰਟੀ ਉੱਥੇ ਆਪਣਾ ਕੋਈ ਕੈਂਡੀਡੇਟ ਖੜਾ ਕਰੇਗੀ ਤਾਂ ਉਹ ਤੀਜੇ ਨੰਬਰ ਤੇ ਆਉਣ ਦੀ ਸਥਿਤੀ 'ਚ ਹੋਏਗਾ, ਕਿਉਂਕਿ ਜਿੱਤੀ ਹੋਈ ਸੀਟ HS ਫੂਲਕਾ ਨੇ ਛੱਡ ਦਿੱਤੀ ਹੈ। ਤੇ ਲੋਕ ਇਹ ਸਵਾਲ ਕਰਨਗੇ, ਜੇ ਕੱਲ ਨੂੰ HS ਫੂਲਕਾ ਜਾਂ ਉਹਨਾਂ ਦਾ ਕੋਈ ਨੇੜੇ ਤੇੜੇ ਦਾ ਬੰਦਾ ਉੱਥੋਂ ਕਾਗਜ਼ ਭਰਦਾ ਹੈ ਜਾਂ ਆਮ ਆਦਮੀ ਪਾਰਟੀ ਤੋਂ ਚੋਣ ਲੜਦੀ ਹੈ, ਤਾਂ ਲੋਕ ਇਹ ਸਵਾਲ ਕਰਨਗੇ ਵੀ ਅਸੀਂ ਤਾਂ ਤੁਹਾਨੂੰ ਜਿਤਾ ਕੇ ਭੇਜਿਆ ਸੀ, ਤੁਸੀਂ ਜਿੱਤਣ ਤੋਂ ਬਾਅਦ ਵਿਧਾਨ ਸਭਾ ਦੇ ਸਾਡੀ ਗੱਲ ਰੱਖਣ ਦੀ ਥਾਂ ਦੇ ਉੱਤੇ ਰਿਜ਼ਾਈਨ ਕਰਕੇ ਬਾਹਰ ਆ ਗਏ, ਹੁਣ ਅਸੀਂ ਤੁਹਾਨੂੰ ਵੋਟ ਕਿਉਂ ਕਰੀਏ? ਯਾਨੀ ਸਿੱਧੇ ਤੌਰ ਦੇ ਉੱਤੇ ਜਿਸ ਪਾਰਟੀ ਦੇ ਖਿਲਾਫ, ਜਿਸ ਪਾਰਟੀ ਤੇ ਉਹ ਦੋਸ਼ ਲਾ ਰਹੇ ਨੇ ਵੀ ਕਾਂਗਰਸ ਪਾਰਟੀ ਨੇ 84 ਦੇ ਜਿਹੜੇ ਕਤਲੇਆਮ ਦੇ ਵਿੱਚ ਵੱਡੀ ਭੂਮਿਕਾ ਨਿਭਾਈ, ਕਾਂਗਰਸ ਪਾਰਟੀ ਦੀ ਸਰਕਾਰ ਹੈ ਕੈਪਟਨ ਅਮਰਿੰਦਰ ਦੀ, ਉਹ ਕੋਈ ਐਕਸ਼ਨ ਨਹੀਂ ਲੈ ਰਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਵੀ, ਤੇ ਉਹਨਾਂ ਤੇ ਦੋਸ਼ ਲਾਉਣ ਵਾਲੇ HS ਫੂਲਕਾ ਜਾਂ ਉਹਨਾਂ ਦੀ ਪਾਰਟੀ ਆਮ ਆਦਮੀ ਪਾਰਟੀ ਕਿਹੜੇ ਮੂੰਹ ਦੇ ਨਾਲ ਉੱਥੋਂ ਵੋਟਾਂ ਮੰਗੇਗੀ? ਵੀ ਤੁਸੀਂ ਤਾਂ ਕਾਂਗਰਸ ਪਾਰਟੀ ਨੂੰ ਪੂਰੀ ਦੀ ਪੂਰੀ ਖੁੱਲ ਖੇਡਣ ਦੀ ਜਿਹੜੀ ਆਗਿਆ ਦੇ ਦਿੱਤੀ ਹੈ। ਸੋ ਮੁਕਾਬਲਾ ਦਾਖਾ ਦੇ ਵਿੱਚ ਜਿਹੜੀ ਜ਼ਿਮਨੀ ਚੋਣ ਹੋਏਗੀ, ਉੱਥੇ ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਤੋਂ ਹੋਏਗਾ, ਤੇ ਨੋ ਡਾਊਟ ਬਿਨਾਂ ਕਿਸੇ ਸ਼ੱਕ ਤੋਂ, ਕਿਉਂਕਿ ਸਰਕਾਰ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਹੈ, ਇਹ ਸੀਟ ਕਾਂਗਰਸ ਪਾਰਟੀ ਜਿੱਤ ਜਾਏਗੀ। ਸੋ ਇਹਦਾ ਮਤਲਬ ਇਹ ਹੋਇਆ ਕਿ ਕਾਂਗਰਸ ਪਾਰਟੀ ਦੇ ਖਿਲਾਫ ਲੜਨ ਦਾ ਦਾਅਵਾ ਕਰਨ ਵਾਲੀ HS ਫੂਲਕਾ ਨੇ ਇਨਡਾਇਰੈਕਟਲੀ, ਅਚੇਤ ਜਾਂ ਸੁਚੇਤ, ਵੈਸੇ ਉਚੇਤ ਹੀ ਕਿਹਾ ਜਾਣਾ ਚਾਹੀਦਾ, ਉਹਨਾਂ ਨੇ ਕਾਂਗਰਸ ਪਾਰਟੀ ਨੂੰ ਹੀ ਇੱਕ ਸੀਟ ਪਲੇਟ 'ਚ ਰੱਖ ਕੇ ਦੇ ਦਿੱਤੀ ਹੈ। ਸੋ HS ਫੂਲਕੇ ਦੇ ਅਸਤੀਫੇ ਤੋਂ ਬਾਅਦ ਅੱਜ ਦੀ ਸਥਿਤੀ ਇਹ ਹੈ ਕਿ ਦਾਖਾ ਸੀਟ ਦੇ ਉੱਤੇ ਆਮ ਆਦਮੀ ਪਾਰਟੀ ਸ਼ਾਇਦ ਆਪਣੇ ਆਪ ਨੂੰ ਸਹੀ ਤਰੀਕੇ ਨਾਲ ਪੇਸ਼ ਵੀ ਨਾ ਕਰ ਸਕੇ। ਸੋ ਆਮ ਆਦਮੀ ਪਾਰਟੀ ਦਾ ਇੱਕ ਵਿਧਾਇਕ ਇਹਦੇ ਨਾਲ ਘਟ ਗਿਆ। ਪਹਿਲੇ ਆਮ ਆਦਮੀ ਪਾਰਟੀ ਜਿਹੜੀ ਹੈ ਦੋ ਫਾੜ ਹੋਈ ਹੈ, ਤੇ ਸੁਖਪਾਲ ਸਿੰਘ ਖਹਿਰਾ ਦਾ ਧੜਾ ਚਾਹੁੰਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਝ MLA ਉਹਨਾਂ ਨਾਲ ਹੋਰ ਆ ਜਾਣ ਤੇ ਉਹ ਆਪਣਾ ਵੱਖਰਾ ਧੜਾ ਬਣਾ ਲੈਣ, ਕਿਉਂਕਿ ਤਕਨੀਕੀ ਤੌਰ ਤੇ ਹਾਲੇ ਉਹ ਵੱਖਰਾ ਧੜਾ ਨਹੀਂ ਬਣਾ ਸਕਦੇ। ਪਰ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੱਲ ਨੂੰ ਉਹਨਾਂ ਦੇ MLA ਏਦਾਂ ਘਟਦੇ ਚਲੇ ਜਾਂਦੇ ਆ ਤੇ ਸੁਖਪਾਲ ਸਿੰਘ ਖਹਿਰਾ ਨੂੰ ਵੀ ਇੱਕ ਮੌਕਾ ਮਿਲ ਸਕਦਾ ਹੈ ਕਿ ਉਹ ਆਪਣਾ ਵੱਖਰਾ ਧੜਾ ਬਣਾ ਲੈਣ। ਪਰ ਹਾਲ ਫਿਲਹਾਲ HS ਫੂਲਕਾ ਦੇ ਇਸ ਫੈਸਲੇ ਦਾ ਸਭ ਤੋਂ ਜ਼ਿਆਦਾ ਲਾਭ ਜੇ ਕਿਸੇ ਨੂੰ ਹੋਣਾ ਤੇ ਉਹ ਕਾਂਗਰਸ ਨੂੰ ਹੋਣਾ। ਜੇ ਕਾਂਗਰਸ ਨੂੰ ਲਾਭ ਦੇਣਾ ਸੀ HS ਫੂਲਕਾ ਹੋਰਾਂ ਨੇ, ਤਾਂ ਫਿਰ ਉਹਨਾਂ ਦੇ ਅਸਤੀਫੇ ਦੇਣ ਦਾ ਜਿਹੜਾ ਮਤਲਬ ਕੀ ਹੈ, ਇਹਦਾ ਜਵਾਬ ਉਹ ਕਿੱਦਾਂ ਦਿੰਦੇ ਆ, ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ। ਹੁਣ ਇਸ ਤੋਂ ਪਹਿਲਾਂ ਕਿ ਅਸੀਂ ਦੂਸਰੀ ਗੱਲ ਤੁਹਾਡੇ ਨਾਲ ਸ਼ੁਰੂ ਕਰੀਏ, ਸੁਖਪਾਲ ਸਿੰਘ ਖਹਿਰਾ ਦੇ ਹਵਾਲੇ ਨਾਲ ਹੀ ਉਹ ਦੂਜੀ ਖਬਰ ਅਸੀਂ ਤੁਹਾਡੇ ਨਾਲ ਸ਼ੁਰੂ ਕਰਨੀ ਹੈ। ਪਰ ਉਸ ਤੋਂ ਪਹਿਲਾਂ ਅਸੀਂ ਇਹ ਜ਼ਰੂਰ ਇੰਨੀ ਗੱਲ ਕਹਿਣੀ ਚਾਹੁੰਦੇ ਹਾਂ ਕਿ ਜਿਹੜੀ ਅਸੀਂ ਪਿਛਲੀ ਗੱਲ ਕੀਤੀ ਹੈ
HS ਫੂਲਕਾ ਦੀ। ਉਹਦੇ 'ਚ ਇੱਕ ਮੈਂ ਵਾਕ ਹੋਰ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਵੀ HS ਫੂਲਕਾ ਹੋਰਾਂ ਨੇ ਕੋਈ ਬਹੁਤ ਮੈਚਿਓਰ ਪੋਲੀਟੀਸ਼ੀਅਨ ਦੇ ਤੌਰ ਦੇ ਉੱਤੇ ਬਿਹੇਵ ਨਹੀਂ ਕੀਤਾ, ਯਾਨੀ ਇੱਕ ਬਹੁਤ ਹੀ ਪਰਿਪੱਕ ਸਿਆਸਤਦਾਨ ਦੇ ਤੌਰ 'ਤੇ ਉਹਨਾਂ ਦਾ ਵਰਤਾਓ ਦੇਖਣ ਨੂੰ ਨਹੀਂ ਆਇਆ। ਮਤਲਬ ਉਹ ਸਹੀ ਤਰੀਕੇ ਦੇ ਨਾਲ ਸਿਆਸਤ ਨੂੰ ਸਮਝ ਨਹੀਂ ਸਕੇ, ਇਸ ਕਰਕੇ ਸ਼ਾਇਦ ਉਹਨਾਂ ਨੇ ਕਾਲ ਦੇ ਵਿੱਚ ਜਾਂ ਭਾਵੁਕਤਾ ਵਸ ਜਿਹੜਾ ਆ ਉਹ ਰਿਜ਼ਾਈਨ ਕੀਤਾ ਹੈ। ਦੂਜੀ ਗੱਲ ਅਸੀਂ ਕਰਨੀ ਇਹ ਹੈ ਕਿ ਜਿੱਦਾਂ ਲੱਗਦਾ ਸੀ ਪਿਛਲੇ ਦਿਨਾਂ ਦੇ ਵਿੱਚ ਬਰਗਾੜੀ ਦਾ ਮੋਰਚਾ ਜਿਹੜਾ ਚੱਲ ਰਿਹਾ ਹੈ, ਉੱਥੇ ਜਿੱਦਾਂ ਇਕੱਠ ਹੋਇਆ 7 ਅਕਤੂਬਰ ਨੂੰ, ਉਸ ਇਕੱਠ ਨੇ ਪੰਜਾਬ ਦੀ ਫਿਜ਼ਾ ਨੂੰ ਬਦਲ ਦਿੱਤਾ। ਲੱਗਦਾ ਇਹ ਸੀ ਕਿ ਸ਼੍ਰੋਮਣੀ ਅਕਾਲੀ ਦਲ BJP ਗੱਠਜੋੜ ਤੇ ਕਾਂਗਰਸ ਦੇ ਖਿਲਾਫ ਇੱਕ ਵੱਖਰਾ ਇੱਕ 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 ਮਾਹੌਲ ਬਣ ਰਿਹਾ ਹੈ। ਉਸ ਮਾਹੌਲ ਦੇ ਵਿੱਚ ਜਿਹੜੇ ਪੰਥਕ ਆਗੂ ਨੇ ਉਹਨਾਂ ਨੇ ਇੱਕ ਇਸ ਤਰ੍ਹਾਂ ਦਾ ਇਕੱਠ ਕਰ ਲਿਆ ਜਿਹਦੇ 'ਚ ਕਿਹਾ ਗਿਆ ਕਿ 3 ਲੱਖ ਤੋਂ ਜ਼ਿਆਦਾ ਉੱਥੇ ਇਕੱਠ ਹੋਇਆ, ਵੀ ਉਹ ਤੋਂ ਲੱਗਦਾ ਸੀ ਕਿ ਪੰਜਾਬ ਦੇ 'ਚ ਬਦਲ ਉੱਭਰ ਰਿਹਾ। ਤੇ ਉਹਦੇ 'ਚ ਜਿਹੜੀਆਂ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਜਿਹੜੀਆਂ ਪਾਰਟੀਆਂ ਨੇ, ਚਾਹੇ ਛੋਟੀਆਂ ਪਾਰਟੀਆਂ ਨੇ ਜਾਂ ਖੁਦ ਸੁਖਪਾਲ ਸਿੰਘ ਖਹਿਰਾ ਸੀਗੇ ਬਾਗੀ ਆਗੂ ਜਿਹੜੇ ਆਪਣੇ ਆਪ 'ਚ ਆਮ ਆਦਮੀ ਪਾਰਟੀ ਦਿਖਾਈ ਦੇ ਰਹੇ ਨੇ, ਜਾਂ ਖੁਦ ਆਮ ਆਦਮੀ ਪਾਰਟੀ ਦੇ ਲੋਕ, ਭਗਵੰਤ ਮਾਨ ਵੀ ਉੱਥੇ ਗਏ, ਸਾਰੇ ਗਏ। ਉਹਨਾਂ ਨੂੰ ਇਹ ਲੱਗਾ ਕਿ ਸ਼ਾਇਦ ਅਸੀਂ ਇਸ ਮੋਰਚੇ 'ਚ ਸ਼ਾਮਲ ਹੋ ਕੇ, ਇਨਸਾਫ ਮੋਰਚੇ 'ਚ ਸ਼ਾਮਲ ਹੋ ਕੇ ਅਸੀਂ ਜਿਹੜਾ ਸਾਡਾ ਗਵਾਚਿਆ ਹੋਇਆ ਵਕਾਰ ਹੈ ਉਹਨੂੰ ਹਾਸਲ ਕਰ ਸਕਦੇ ਹਾਂ। ਆਮ ਆਦਮੀ ਪਾਰਟੀ ਬਾਰੇ ਤਾਂ ਇੱਦਾਂ ਦੀ ਖਬਰ ਵੀ ਆਈ ਸੀ ਭਗਵੰਤ ਮਾਨ ਦੇ ਹਵਾਲੇ ਨਾਲ, ਵੀ ਉਹ ਬੜੇ ਉਮੀਦ ਕਰ ਰਹੇ ਨੇ ਕਿ ਉਹਨਾਂ ਨੂੰ ਸ਼ਾਇਦ ਨਵਾਂ ਇੱਕ ਏਰੀਆ ਮਿਲ ਜਾਏਗਾ, ਉਹਨਾਂ ਦਾ ਜਿਹੜਾ ਜਨਤਕ ਆਧਾਰ ਗਵਾਚ ਗਿਆ ਸ਼ਾਇਦ ਉਹ ਜਨਤਕ ਆਧਾਰ ਫੇਰ ਤੋਂ ਹਾਸਲ ਕਰ ਲੈਣਗੇ। ਦੂਜੀ ਗੱਲ, ਸੁਖਪਾਲ ਸਿੰਘ ਖਹਿਰਾ ਜਦੋਂ ਉੱਥੇ ਗਏ ਤੇ ਉਹਨਾਂ ਨੇ ਵੀ ਆਪਣੇ ਆਪ ਨੂੰ ਏਦਾਂ ਮਹਿਸੂਸ ਕੀਤਾ ਵੀ ਸ਼ਾਇਦ ਇਹ ਜਿਹੜਾ ਇਕੱਠ ਹੈ 3 ਲੱਖ ਤੋਂ ਜ਼ਿਆਦਾ, ਇਸ ਇਕੱਠ ਦੇ ਵਿੱਚ ਜਾ ਕੇ ਜਿਹੜਾ ਆਮ ਆਦਮੀ ਪਾਰਟੀ ਤੋਂ ਬਾਗੀ ਹੋ ਕੇ ਉਹਨਾਂ ਨੇ ਇੱਕ ਵੱਖਰਾ ਧੜਾ ਬਣਾਇਆ ਹੈ, ਉਹਨੂੰ ਹੋਰ ਬੂਸਟ ਮਿਲੇਗਾ, ਉਹਦੇ ਨਾਲ ਲੋਕ ਹੋਰ ਜੁੜਨਗੇ। ਪਰ ਇਹਨਾਂ ਦਿਨਾਂ ਦੇ ਵਿੱਚ ਹੀ ਖਬਰ ਆ ਗਈ ਹੈ, ਖਬਰਾਂ ਦੇ ਬੁਲਟਨ ਤੁਸੀਂ ਸੁਣਿਆ ਵੀ ਉਹ ਜਿਹੜਾ ਇਨਸਾਫ ਮੋਰਚਾ ਚੱਲ ਰਿਹਾ, ਜਿਹੜੇ ਉਹਦੇ ਆਗੂ ਨੇ, ਜਿਹੜੇ ਉਸ ਮੋਰਚੇ ਦੀ ਅਗਵਾਈ ਕਰ ਰਹੇ ਨੇ, ਬਲਜੀਤ ਸਿੰਘ ਦਾਦੂਵਾਲ ਹੋ ਗਏ, ਜਿਹੜੇ ਮੁਤਵਾਜ਼ੀ ਜਥੇਦਾਰ ਨੇ, ਧਿਆਨ ਸਿੰਘ ਮੰਡ ਹੋਰੀ ਹੋ ਗਏ, ਉਹਨਾਂ ਨੇ ਅੱਜ ਬਿਲਕੁਲ ਸਾਫ਼ ਕਰ ਦਿੱਤਾ ਕਿ ਸਾਡਾ ਇਸ ਕਿਸਮ ਦੀ ਸਿਆਸਤ ਨਾਲ ਕੋਈ ਸੰਬੰਧ ਨਹੀਂ। ਉਹਨਾਂ ਨੇ ਕਹਿ ਦਿੱਤਾ ਕਿ ਸਾਡਾ ਤਾਂ ਧਾਰਮਿਕ ਪ੍ਰਦਰਸ਼ਨ ਹੈ, ਇਹ ਅਸੀਂ ਇੱਕ ਧਾਰਮਿਕ ਮੋਰਚੇ ਤੇ ਬੈਠੇ ਹਾਂ, ਅਸੀਂ ਇੱਕ ਇਨਸਾਫ ਮੋਰਚੇ ਤੇ ਬੈਠੇ ਹਾਂ, ਤੇ ਉਹਦੇ 'ਚ ਜਿਹੜੇ ਸਿਆਸਤਦਾਨ ਆ ਰਹੇ ਨੇ ਉਹਨਾਂ ਨਾਲ ਜਿਹੜਾ ਸਿਆਸੀ ਏਜੰਡਾ ਉਹਨਾਂ ਦਾ ਸਾਡਾ ਕੋਈ ਲੈਣਾ ਦੇਣਾ ਨਹੀਂ। ਉਹਨਾਂ ਦਾ ਕਹਿਣਾ ਇਹ ਹੈ ਵੀ ਸੁਖਪਾਲ ਸਿੰਘ ਖਹਿਰਾ ਦੇ ਹਵਾਲੇ ਨਾਲ ਉਹਨਾਂ ਨੇ ਗੱਲ ਕੀਤੀ ਹੈ ਵੀ ਸੁਖਪਾਲ ਸਿੰਘ ਖਹਿਰਾ ਨੇ ਸਟੇਟ ਗਵਰਨਮੈਂਟ ਨੂੰ 15 ਦਿਨਾਂ ਦਾ ਅਲਟੀਮੇਟਮ ਦਿੱਤਾ ਹੋਇਆ ਵੀ ਇਸ ਮਸਲੇ ਤੇ ਜਿਹੜਾ ਬਰਗਾੜੀ ਇਸ਼ੂ ਹੈ ਜਾਂ ਜਿਹੜਾ ਬੇਅਦਬੀ ਦਾ ਕਾਂਡ ਹੈ ਉਹ 'ਚ 15 ਦਿਨਾਂ ਦੇ ਵਿੱਚ ਉਹ ਫੈਸਲਾ ਕਰ ਦੇਣ, ਨਹੀਂ ਤਾਂ ਅਸੀਂ ਕੋਈ ਹੋਰ ਸੰਘਰਸ਼ ਕਰਾਂਗੇ। ਤੇ ਬਲਜੀਤ ਸਿੰਘ ਦਾਦੂਵਾਲ ਤੇ ਧਿਆਨ ਸਿੰਘ ਮੰਡ ਨੇ ਕਹਿ ਦਿੱਤਾ ਕਿ ਸਾਡਾ ਉਹ 15 ਦਿਨਾਂ ਦੇ ਅਲਟੀਮੇਟ ਨਾਲ ਕੋਈ ਵੀ ਸਬੰਧ ਨਹੀਂ ਹੈ। ਸੁਖਪਾਲ ਖਹਿਰਾ ਨੇ ਸਟੇਟ ਗਵਰਨਮੈਂਟ ਤੋਂ ਬੇਅਦਬੀ ਕਾਂਡ ਤੇ ਬਹਿਬਲ ਕਲਾਂ ਦੇ ਜਿਹੜੇ ਦੋਸ਼ੀ ਹੈ ਉਹਨਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਸੀ ਤੇ ਇਹ ਕਿਹਾ ਸੀ ਕਿ 15 ਦਿਨਾਂ ਦੇ ਵਿੱਚ ਇਹ ਮਸਲਾ ਹੱਲ ਕੀਤਾ ਜਾਏ। ਪਰ ਹੁਣ ਜਿਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਉਹਦੇ 'ਚ ਕਿਹਾ ਜਾ ਰਿਹਾ ਹੈ ਕਿ ਉਸ ਇਨਸਾਫ ਮੋਰਚੇ ਦੇ ਆਗੂ ਜਿਹੜੇ ਆ ਉਹ ਦੂਰੀ ਬਣਾ ਰਹੇ ਆ, ਸੁਖਪਾਲ ਖਹਿਰੇ ਤੋਂ ਵੀ ਦੂਰੀ ਬਣਾ ਰਹੇ ਆ, ਆਮ ਆਦਮੀ ਪਾਰਟੀ ਦੇ ਲੋਕਾਂ ਤੋਂ ਵੀ ਦੂਰੀ ਬਣਾ ਰਹੇ ਆ। ਉਹਨਾਂ ਨੂੰ ਲੱਗਦਾ ਇਹ ਹੈ ਵੀ ਅਸੀਂ ਇਕੱਠ ਕਰ ਰਹੇ ਹਾਂ, ਸਾਡੇ ਕਹੇ ਤੇ ਲੋਕ ਆ ਰਹੇ ਨੇ ਤੇ ਸਿਹਰਾ ਜਿਹੜਾ ਆ ਇਹ ਸਾਰੇ ਵਿਰੋਧ ਪ੍ਰਦਰਸ਼ਨ ਦਾ ਜਾਂ ਰੋਸ ਦਾ ਉਹ ਇਹ ਸਿਆਸੀ ਲੋਕ ਆ ਕੇ ਲੈਣਾ ਚਾਹੁੰਦੇ ਆ। ਇਹਦਾ ਮਤਲਬ ਕੀ ਹੋਇਆ? ਇਹਦਾ ਮਤਲਬ ਇਹ ਹੋਇਆ ਕਿ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਇੱਕ ਧਾਰਮਿਕ ਮੋਰਚਾ ਆ, ਉਸ ਧਾਰਮਿਕ ਮੋਰਚੇ ਦੇ ਵਿੱਚ ਕੁਝ ਸਿਆਸਤਦਾਨ ਆ ਕੇ ਜਿਹੜਾ ਦਖਲ ਦੇ ਰਹੇ ਆ ਤੇ ਉਹਨਾਂ ਦੀ ਆਪਣੀ ਜ਼ਮੀਨ ਹੈ ਨਹੀਂ ਕਿਤੇ ਵੀ, ਉਹ ਸਾਡੀ ਜ਼ਮੀਨ ਸਾਡੇ ਤੋਂ ਖੋਣਾ ਚਾਹੁੰਦੇ ਆ। ਸੋ ਸਿੱਧੀ ਜੀ ਗੱਲ ਇਹ ਹੋ ਗਈ ਵੀ ਜਿਹੜਾ ਇਹ ਦਿਖਾਈ ਦੇ ਰਿਹਾ ਸੀ ਵੀ ਇੱਕ ਤੀਜਾ ਮੋਰਚਾ ਸ਼ਾਇਦ ਕਾਂਗਰਸ ਦੇ ਖਿਲਾਫ ਜਾਂ ਸ਼੍ਰੋਮਣੀ ਅਕਾਲੀ ਦਲ ਜਾਂ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਇਸ ਇਨਸਾਫ ਮੋਰਚੇ ਦੇ ਵਿੱਚੋਂ ਨਿਕਲ ਕੇ ਆਏਗਾ ਤੇ ਉਹਦੀ ਅਗਵਾਈ ਕੁਝ ਸਿਆਸਤਦਾਨ ਕਰ ਸਕਦੇ ਨੇ। ਵੀਰ ਜਸਵਿੰਦਰ ਸਿੰਘ ਹੋਰਾਂ ਦਾ ਵੀ ਬਿਆਨ ਆਇਆ ਸੀ, ਉਹ ਵੀ ਉੱਥੇ ਗਏ ਸੀ, ਭਗਵੰਤ ਮਾਨ ਦਾ ਵੀ ਬਿਆਨ ਆ ਗਿਆ, ਸੁਖਪਾਲ ਖਹਿਰੇ ਦਾ ਵੀ ਬਿਆਨ ਆ ਗਿਆ ਵੀ ਉਹ ਜਿਹੜੀ ਏਦਾਂ ਲੱਗਦਾ ਸੀ ਉਹ ਅਗਵਾਈ ਸ਼ਾਇਦ ਸਿਆਸਤਦਾਨਾਂ ਦੇ ਹੱਥ ਆ ਜਾਏਗੀ, ਉਹ ਛਿਟਕ ਗਈ ਹੈ। ਉਹ ਉਸ ਇਨਸਾਫ ਮੋਰਚੇ ਦੇ ਆਗੂਆਂ ਨੇ ਕਹਿ ਦਿੱਤਾ ਕਿ ਸਾਡਾ ਇਹਨਾਂ ਨਾਲ ਸਿੱਧੇ ਤੌਰ ਤੇ ਕੋਈ ਸੰਬੰਧ ਨਹੀਂ ਹੈ, ਇਹ ਸਗੋਂ ਸਾਡੇ ਯਤਨ ਜਿਹੜੇ ਆ ਉਹਨਾਂ ਯਤਨਾਂ ਦੇ ਵਿੱਚ ਆ ਕੇ ਆਪਣੇ ਆਪ ਨੂੰ ਪੇਸ਼ ਕਰਕੇ ਸਾਡੇ ਯਤਨਾਂ ਨਾਲ ਆਏ ਹੋਏ ਲੋਕਾਂ ਨੂੰ ਆਪਣੇ ਕ੍ਰੈਡਿਟ 'ਚ ਲੈਣਾ ਚਾਹੁੰਦੇ ਆ। ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਤੀਜਾ ਮੋਰਚਾ ਇਹ ਰਲ ਮਿਲ ਕੇ ਬਣਾ ਲੈਣਗੇ, ਇਹਦੀ ਸੰਭਾਵਨਾ ਹੁਣ ਜਿਹੜੀ ਹੈ ਉਹ ਮੱਠੀ ਪੈ ਗਈ ਹੈ। ਇਹਦੇ ਤੇ ਅੱਗੇ ਜਾ ਕੇ ਵੀ ਮੈਂ ਥੋੜੀ ਜਿਹੀ ਗੱਲ ਕਰਨੀ ਚਾਹੁੰਦਾ ਵੀ ਅਸਲ ਦੇ ਵਿੱਚ ਜਿਹੜੀ ਗੱਲ ਕਹੀ ਜਾ ਰਹੀ ਸੀ ਵੀ ਪਤਾ ਨਹੀਂ ਵੀ ਆਮ ਆਦਮੀ ਪਾਰਟੀ ਨੇ ਜਿੱਦਾਂ ਕਿਹਾ ਵੀ ਸਾਨੂੰ ਇਸ ਮੋਰਚੇ ਤੋਂ ਉਮੀਦ ਪੈਦਾ ਹੋ ਗਈ ਹੈ, ਸੁਖਪਾਲ ਖਹਿਰਾ ਨੇ ਜਾ ਕੇ ਜਿੱਦਾਂ ਸਟੇਜ ਦੇ ਉੱਤੇ
ਜਦੋਂ ਸਿਮਰਜੀਤ ਸਿੰਘ ਮਾਨ ਹੋਰੀ ਭਾਸ਼ਣ ਕਰ ਰਹੇ ਸੀ ਤੇ ਸਟੇਜ ਤੇ ਜਾ ਕੇ ਉਹਨਾਂ ਨੇ ਆਪਣਾ ਹੱਥ ਲਹਿਰਾਇਆ ਤੇ ਸਿਮਰਜੀਤ ਸਿੰਘ ਮਾਨ ਹੋਰੀ ਜਿਹੜੇ ਆ ਉਹ ਥੋੜੀ ਜਿਹੀ ਤਕਲੀਫ 'ਚ ਵੀ ਆਏ ਕਿਉਂਕਿ ਉਹਨਾਂ ਨੂੰ ਬੋਲਣ ਨਹੀਂ ਸੀ ਸਹੀ ਤਰੀਕੇ ਨਾਲ ਦਿੱਤਾ ਜਾ ਰਿਹਾ। ਸੋ ਉਹਦੇ ਤੋਂ ਲੱਗ ਗਿਆ ਸੀ ਕਿ ਸ਼ਾਇਦ ਇਸ ਮੋਰਚੇ ਨਾਲ ਇਹ ਜਿਹੜੇ ਸਿਆਸਤਦਾਨ ਉੱਥੇ ਗਏ ਉਹਨਾਂ ਨਾਲ ਕੋਈ ਸੰਬੰਧ ਬਣਨਾ ਨਹੀਂ ਹੈ। ਦੂਜੀ ਗੱਲ ਇਹ 'ਚ ਬੜੀ ਮਹੱਤਵਪੂਰਨ ਇਹ ਹੈ ਵੀ ਵਿਚਾਰਧਾਰਕ ਕੋਈ ਸਮਤੋਲ ਨਹੀਂ ਹੈ। ਇਸ ਮੋਰਚੇ 'ਚ ਜਿਹੜੇ ਸ਼ਾਮਲ ਲੋਕ ਨੇ ਇਨਸਾਫ ਮੋਰਚੇ ਦੇ ਵਿੱਚ ਉਹਨਾਂ ਦੇ ਵੀ ਵੱਖੋ ਵੱਖਰੀ ਵਿਚਾਰਧਾਰਾ ਹੈ। ਜਿਹੜੇ ਸਿਆਸਤਦਾਨ ਉੱਥੇ ਗਏ ਨੇ ਉਹਨਾਂ ਨੇ ਆਪਣੀਆਂ ਵੋਟਾਂ ਦੀ ਫਸਲ ਵੱਢਣੀ ਹੈ। ਇਸ ਕਰਕੇ ਇਹ ਕੋਈ ਇਕੱਠ-ਪੱਠ ਹੋ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੱਡਾ ਮੋਰਚਾ ਇਹ 'ਚੋਂ ਨਿਕਲ ਆਏਗਾ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੇ ਖਿਲਾਫ ਜਾਂ ਕਾਂਗਰਸ ਦੇ ਖਿਲਾਫ। ਇਹਦੀ ਸੰਭਾਵਨਾ ਅੱਜ ਪੰਥਕ ਆਗੂਆਂ ਦੇ ਬਿਆਨ ਤੋਂ ਬਾਅਦ ਜਿਹੜੀ ਆ ਬਿਲਕੁਲ ਖਤਮ ਹੋ। ਅਗਲੀ ਗੱਲ ਅਸੀਂ ਇਸ ਸੈਗਮੈਂਟ ਵਿੱਚ ਤੁਹਾਡੇ ਨਾਲ ਕਰਨੀ ਹੈ ਕਿ ਪੰਜਾਬ ਸਰਕਾਰ ਦੇ ਵਿਧਾਇਕ ਕਿਵੇਂ ਇੱਕ ਕਿਸਮ ਦਾ ਹੁੜਦੰਗ ਦਾ ਮਾਹੌਲ ਬਣਾ ਰਹੇ ਨੇ। ਸਾਡੇ ਕੋਲ ਜਿੱਦਾਂ ਦੀ ਖਬਰਾਂ ਆਈਆਂ ਉਸ ਖਬਰ ਦੇ ਵਿੱਚ ਤੁਸੀਂ ਖਬਰਾਂ ਦੇ ਬੁਲੇਟਿਨ 'ਚ ਵੀ ਸੁਣਿਆ ਹੋਏਗਾ ਵੀ ਕਿਵੇਂ ਜਲੰਧਰ ਦੀ ਬਸਤੀ ਦਾਨਿਸ਼ਮੰਦਾਂ ਦੇ ਵਿੱਚ ਇੱਕ ਗੈਰ ਕਾਨੂੰਨੀ ਉਸਾਰੀਆਂ ਦੀ ਭੰਨਤੋੜ ਜਿਹੜੀ ਹੋ ਰਹੀ ਸੀ ਤਾਂ ਪੱਛਮੀ ਜਲੰਧਰ ਦੇ ਕਾਂਗਰਸ ਦੇ ਐਮਐਲਏ ਸੁਸ਼ੀਲ ਰਿੰਕੂ ਹੈ ਉਹਨਾਂ ਨੇ ਇੱਕ ਔਰਤ ਅਫਸਰ ਜਿਹੜੀ ਜੁਆਇੰਟ ਕਮਿਸ਼ਨਰ ਹੈ ਅੰਸ਼ਿਕਾ ਜੈਨ ਉਹਨੂੰ ਸ਼ਰੇਆਮ ਧਮਕਾਇਆ ਕਿਉਂਕਿ ਉਹ ਰੋਕਣ ਗਈ ਸੀ ਗੈਰ ਕਾਨੂੰਨੀ ਉਸਾਰੀਆਂ ਜਿਹੜੀਆਂ ਚੱਲ ਰਹੀਆਂ ਸੀ ਉਹਦੀ ਅਗਵਾਈ ਕਰ ਰਹੀ ਸੀ ਤੇ ਉਹਨੂੰ ਰੋਕਣ ਵਾਸਤੇ ਬਕਾਇਦਾ ਸੁਸ਼ੀਲ ਰਿੰਕੂ ਚਲ ਗਏ ਜਿਹੜੇ ਉੱਥੇ ਜਲੰਧਰ ਦੇ ਐਮਐਲਏ ਤੇ ਉਹਨਾਂ ਨੇ ਧਮਕਾਇਆ ਉਸ ਲੇਡੀ ਜੁਆਇੰਟ ਕਮਿਸ਼ਨਰ ਅੰਸ਼ਿਕਾ ਜੈਨ ਨੂੰ। ਉਹਨਾਂ ਨੇ ਕਿਹਾ ਕਿ ਤੁਸੀਂ ਇੱਕ ਔਰਤ ਹੋ ਜੇ ਕੋਈ ਮਰਦ ਹੁੰਦਾ ਤਾਂ ਮੈਂ ਦੱਸਦਾ ਮੈਂ ਕੀ ਤੁਹਾਡੇ ਨਾਲ ਵਤੀਰਾ ਕਰਦਾ। ਤੇ ਉਹ ਵੱਖਰੀ ਗੱਲ ਹੈ ਕਿ ਉਹ ਆਈਐਸ ਅਫਸਰ ਸੀ ਉਹਨੇ ਸੰਜਮ ਵਰਤਿਆ ਤੇ ਉਹਨੇ ਕਿਹਾ ਮੈਂ ਤਾਂ ਆਪਣੇ ਕਾਨੂੰਨ ਦੇ ਮੁਤਾਬਕ ਕੰਮ ਕਰ ਰਹੀ ਹਾਂ ਪਰ ਐਮਐਲਏ ਕਹਿੰਦਾ ਵੀ ਤੁਹਾਡਾ ਕਾਨੂੰਨ ਇੱਥੇ ਨਹੀਂ ਕੰਮ ਆਉਂਦਾ ਇਹ ਸਾਡਾ ਕਾਨੂੰਨ ਇੱਥੇ ਚੱਲਦਾ ਜੋ ਅਸੀਂ ਕਰਾਂਗੇ ਉਹੀ ਇੱਥੇ ਕਾਨੂੰਨ ਹੈ ਤੇ ਇਸ ਕਰਕੇ ਤੁਸੀਂ ਇੱਥੋਂ ਚਲੇ ਜਾਓ। ਤੇ ਉਹਨਾਂ ਦਾ ਇਸ ਤਰ੍ਹਾਂ ਦਾ ਜਿਹੜਾ ਬਿਹੇਵ ਜਾਂ ਵਰਤਾਰਾ ਹੈ ਉਹਨੇ ਲਾਜ਼ਮੀ ਤੌਰ ਤੇ ਸਵਾਲ ਪੈਦਾ ਕਰ ਦਿੱਤੇ ਨੇ ਕਿ ਜੇ ਸਰਕਾਰ 'ਚ ਕੁਝ ਲੋਕ ਬੈਠੇ ਨੇ ਉਹ ਆਪਣੇ ਅਫਸਰਾਂ ਨਾਲ ਵੀ ਜੇ ਇਦਾਂ ਦਾ ਬਿਹੇਵ ਕਰਦੇ ਨੇ ਇਸ ਤਰ੍ਹਾਂ ਦਾ ਵਰਤਾਰਾ ਕਰਦੇ ਨੇ ਤਾਂ ਫਿਰ ਆਮ ਲੋਕਾਂ ਨਾਲ ਕਿੱਦਾਂ ਵਰਤਾਰਾ ਕਰਦੇ ਹੋਣਗੇ। ਤੇ ਇਹ ਸੁਸ਼ੀਲ ਰਿੰਕੂ ਕੌਣ ਹੈ? ਇਹ ਉਹੀ ਐਮਐਲਏ ਹੈ ਜਦੋਂ ਨਵਜੋਤ ਸਿੰਘ ਸਿੱਧੂ ਨੇ ਗੈਰ ਕਾਨੂੰਨੀ ਜਿਹੜੀਆਂ ਉਸਾਰੀਆਂ ਉੱਤੇ ਕਾਰਵਾਈ ਕਰਨ ਵਾਸਤੇ ਹੁਕਮ ਦਿੱਤੇ ਸੀ ਤਾਂ ਉਦੋਂ ਇਹ ਉਹਦਾ ਵਿਰੋਧ ਕਰਦਾ ਹੋਇਆ ਵੀ ਗੈਰ ਕਾਨੂੰਨੀ ਜਿਹੜੀਆਂ ਉਸਾਰੀਆਂ ਢਾਉਣੀਆਂ ਨਹੀਂ ਹੈਗੀਆਂ ਜੀਸੀਬੀ ਮਸ਼ੀਨ ਤੇ ਚੜ ਗਿਆ ਸੀ। ਇਹ ਉਹ ਐਮਐਲਏ ਹੈ। ਅੱਜ ਉਹ ਐਮਐਲਏ ਇੱਕ ਔਰਤ ਜੁਆਇੰਟ ਕਮਿਸ਼ਨਰ ਨੂੰ ਧਮਕਾ ਰਿਹਾ ਹੈ। ਇਹਦਾ ਮਤਲਬ ਕੀ ਹੋ ਗਿਆ ਵੀ ਹਾਂ ਠੀਕ ਹੈ ਤੁਸੀਂ ਸਰਕਾਰ 'ਚ ਹੋ ਤੇ ਇਸ ਕਰਕੇ ਤੁਸੀਂ ਲੋਕਾਂ ਨੂੰ ਵੀ ਧਮਕਾਓ ਤੁਸੀਂ ਸਰਕਾਰੀ ਕੰਮਕਾਜ ਜਿਹੜੇ ਲੋਕ ਕਰਨਾ ਚਾਹੁੰਦੇ ਨੇ ਕੋਈ ਇਮਾਨਦਾਰ ਅਫਸਰ ਹੈ ਤਾਂ ਉਹਨੂੰ ਵੀ ਧਮਕਾਓ। ਇਹਦਾ ਭਾਵ ਇਹ ਹੈ ਕਿ ਸਾਡਾ ਪੰਜਾਬ ਦੇ ਵਿੱਚ ਜਿਹੜੀ ਸਿਚੁਏਸ਼ਨ ਇਸ ਵੇਲੇ ਹੈਗੀ ਹੈ ਉੱਥੇ ਕੰਟਰੋਲ ਨਹੀਂ ਹੈ ਕਿਸੇ ਦਾ। ਮਤਲਬ ਪਹਿਲਾਂ ਜਦੋਂ ਨਵਜੋਤ ਸਿੰਘ ਸਿੱਧੂ ਜਿਹੜੇ ਖੁਦ ਮੰਤਰੀ ਹੈ ਉਹਨਾਂ ਦੇ ਖਿਲਾਫ ਉਹਨਾਂ ਦੇ ਹੁਕਮ ਦੇ ਖਿਲਾਫ ਜਦੋਂ ਗਿਆ ਐਮਐਲਏ ਸੁਸ਼ੀਲ ਰਿੰਕੂ ਉਦੋਂ ਵੀ ਉੱਥੇ ਕਿਸੇ ਕਿਸਮ ਦਾ ਕੋਈ ਰੋਕ ਨਹੀਂ ਲਾਈ ਗਈ ਨਾ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਨਾ ਪੰਜਾਬ ਸਰਕਾਰ ਦੇ ਕਿਸੇ ਵੀ ਅਧਿਕਾਰੀ ਨੇ ਜਾਂ ਅਫਸਰ ਨੇ ਕੋਈ ਹਿੰਮਤ ਨਹੀਂ ਕੀਤੀ ਵੀ ਉਹ ਕਵੇ ਵੀ ਨਵਜੋਤ ਸਿੰਘ ਸਿੱਧੂ ਨੇ ਜਿਹੜੀ ਗੱਲ ਕਹੀ ਠੀਕ ਹੈ ਵੀ ਗੈਰ ਕਾਨੂੰਨੀ ਜਿਹੜੀਆਂ ਉਸਾਰੀਆਂ ਉਹ ਖਤਮ ਹੋਣੀਆਂ ਚਾਹੀਦੀਆਂ ਉਹਦੀ ਥਾਂ ਦੇ ਉੱਤੇ ਸੁਸ਼ੀਲ ਰਿੰਕੂ ਨੂੰ ਕਿਤੇ ਨਾ ਕਿਤੇ ਸਪੋਰਟ ਕੀਤਾ ਗਿਆ। ਅੱਜ ਉਹੀ ਸੁਸ਼ੀਲ ਰਿੰਕੂ ਦਾ ਜਿਹੜਾ ਹੌਸਲਾ ਇੰਨਾ ਵੱਧ ਗਿਆ ਕਿ ਔਰਤ ਅਫਸਰ ਨੂੰ ਧਮਕਾਉਣ ਤੱਕ ਚਲਾ ਗਿਆ। ਯਾਨੀ ਸਰਕਾਰ 'ਚ ਜੇ ਤੁਸੀਂ ਹੋ ਤਾਂ ਤੁਸੀਂ ਕੁਝ ਵੀ ਕਰ ਸਕਦੇ ਹੋ। ਇਸ ਤਰ੍ਹਾਂ ਦਾ ਮਾਹੌਲ ਬਣਾ ਲਿਆ ਗਿਆ। ਜੇ ਇੱਕ ਸਰਕਾਰੀ ਅਫਸਰ ਨਾਲ ਆਈਐਸ ਅਫਸਰ ਦੇ ਨਾਲ ਇਹ ਵਰਤੀਰਾ ਕੀਤਾ ਜਾ ਸਕਦਾ ਹੈ ਕਿ ਆਮ ਬੰਦੇ ਦਾ ਇੱਥੇ ਅਸਰ ਕੀ ਹੋਏਗਾ ਇਹਦਾ ਤੁਸੀਂ ਅੰਦਾਜ਼ਾ ਸਹਿਜੇ ਲਾ ਸਕਦੇ ਹੋ। ਸੋ ਮੈਨੂੰ ਲੱਗਦਾ ਹੈ ਕਿ ਪੰਜਾਬ ਸਰਕਾਰ ਨੂੰ ਇੱਦਾਂ ਦੇ ਮੁੱਦਿਆਂ ਦੇ ਉੱਤੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਪੰਜਾਬ ਸਰਕਾਰ ਦੇ ਜਿਸ ਤਰ੍ਹਾਂ ਦੇ ਕੰਮ ਧੰਦੇ ਆ 1.5 ਪੌਣੇ 2 ਸਾਲ ਦੇ ਵਿੱਚ ਉਹ ਲੱਗਦਾ ਨਹੀਂ ਹੈ ਕਿ ਉਹ ਇੱਕ ਸਰਕਾਰ ਦੇ ਤੌਰ ਤੇ ਕੰਮ ਕਰ ਰਹੇ ਹੈ ਸਗੋਂ ਇੱਕ ਆਮ ਤੌਰ ਦੇ ਉੱਤੇ ਰੱਬ ਦੇ ਵਿੱਚ ਕਿਸੇ ਦਾ ਵਿਸ਼ਵਾਸ ਹੋਵੇ ਨਾ ਹੋਵੇ ਪਰ ਫਿਰ ਕਹਿਣਾ ਪੈਂਦਾ ਵੀ ਇੱਦਾਂ ਲੱਗਦਾ ਕਿ ਸਾਡਾ ਮੁਲਕ ਵੀ ਸਾਡਾ ਪੰਜਾਬ ਵੀ ਰੱਬ ਦੇ ਆਸਰੇ ਚੱਲ ਰਿਹਾ ਹੈ। ਇੱਥੇ ਜੋ ਮਰਜ਼ੀ ਜੋ ਕਹੀ ਜਾਂਦਾ ਉਹਦੇ ਮੁਤਾਬਕ ਸਾਰੇ ਕੰਮ ਚੱਲੀ ਜਾਂਦੇ ਆ। ਉਸ ਜੁਆਇੰਟ ਕਮਿਸ਼ਨਰ ਜਿਹੜੀ ਆਫਿਸਰ ਹੈ ਉਹਨੇ ਆਪਣੇ ਕਮਿਸ਼ਨਰ ਦੇ ਕੋਲ ਸ਼ਿਕਾਇਤ ਕੀਤੀ ਇਹ ਵਿਧਾਇਕ ਦੀ ਸੁਸ਼ੀਲ ਰਿੰਕੂ ਦੀ। ਹੁਣ ਇੱਕ ਕਮਿਸ਼ਨਰ ਇੱਕ ਐਮਐਲਏ ਦੇ ਖਿਲਾਫ ਕਿਹੜੀ ਕਾਰਵਾਈ ਕਰੇਗਾ? ਕਾਰਵਾਈ ਤਾਂ ਸਰਕਾਰ ਨੂੰ ਕਰਨੀ ਚਾਹੀਦੀ ਹੈ ਨਾ ਪੰਜਾਬ ਸਰਕਾਰ ਨੂੰ ਕਰਨੀ ਚਾਹੀਦੀ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਕਰਨੀ ਚਾਹੀਦੀ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਦਾ ਇੱਥੇ ਕਿਸੇ ਕਿਸਮ ਦਾ ਕੋਈ ਬਿਆਨ ਨਹੀਂ ਹਾਲੇ ਤੱਕ ਨਾ ਕਿਸੇ ਕਿਸਮ ਦੇ ਐਕਸ਼ਨ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ। ਸੋ ਮਾਹੌਲ ਲਗਾਤਾਰ ਵਿਗੜ ਰਿਹਾ ਹੈ ਤੇ ਸਰਕਾਰ 'ਚ ਬੈਠੇ ਹੋਏ ਕੁਝ ਲੋਕ ਸਰਕਾਰ ਦੇ ਵਿਧਾਇਕ ਸਰਕਾਰ ਦੇ ਵੱਡੇ ਜਿਹੜੇ ਮੰਤਰੀ ਹੈ ਕੈਬਨਿਟ ਮੰਤਰੀ ਹੈ ਸਟੇਟ ਮਿਨਿਸਟਰ ਹੈ ਉਹ ਇੱਦਾਂ ਦੀਆਂ ਕਾਰਵਾਈਆਂ ਕਰ ਰਹੇ ਹੈ ਜਿਸ ਤੋਂ ਲੱਗਦਾ ਇਹ ਹੈ ਕਿ ਲੋਕਾਂ ਦੇ ਕੰਮਾਂ ਕਾਰਾਂ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਸਗੋਂ ਨਜਾਇਜ਼ ਜਿਹੜੇ ਕੰਮ ਹੋ ਰਹੇ ਆ ਉਹਨਾਂ ਕੰਮਾਂ ਨੂੰ ਉਹਨਾਂ ਦੀ ਪ੍ਰੋੜਤਾ ਕਰਨਾ ਸ਼ਾਇਦ ਉਹਨਾਂ ਦਾ ਕੰਮ ਬਣ ਗਿਆ ਹੈ
ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਪੰਜਾਬ ਸਰਕਾਰ ਜਿਹੜੀ ਅੱਜ ਲੱਗਦਾ ਇਹ ਹੈ ਕਿ ਸ਼ਾਇਦ ਇਹਦਾ ਕੋਈ ਬਦਲ ਨਹੀਂ ਹੈ। ਸ਼ਾਇਦ ਲੋਕ ਇਹਦੇ ਖਿਲਾਫ ਕੋਈ ਨਾ ਕੋਈ ਮਾਹੌਲ ਜ਼ਰੂਰ ਬਣਾ ਲੈਣਗੇ, ਕਿਉਂਕਿ ਲੋਕ ਇਹ ਸਮਝਦੇ ਹੁੰਦੇ ਆ, ਲੋਕਾਂ ਨੂੰ ਇਹ ਸਾਰੀ ਗੱਲ ਦਾ ਪਤਾ ਵੀ ਹੁੰਦਾ ਵੀ ਕਿੱਥੋਂ ਕਿਹੜੀ ਗੱਲ ਹੋ ਰਹੀ ਹੈ। ਇਹ ਵੱਖਰੀ ਗੱਲ ਹੈ ਕਿ ਲੋਕਾਂ ਨੂੰ ਵੋਟਰ ਬਣਾ ਕੇ ਰੱਖ ਦਿੱਤਾ ਗਿਆ, ਉਹਨਾਂ ਨੂੰ ਇੱਕ ਦਿਨ ਦਾ ਬਾਦਸ਼ਾਹ ਬਣਾ ਕੇ ਰੱਖ ਦਿੱਤਾ ਗਿਆ ਤੇ ਉਹ ਵੋਟਾਂ ਵਾਲੇ ਦਿਨ ਹੀ ਬਾਹਰ ਨਿਕਲਦੇ ਆ। ਪਰ ਮੈਨੂੰ ਲੱਗਦਾ ਹੈ ਇੱਦਾਂ ਦੇ ਮੁੱਦਿਆਂ ਦੇ ਉੱਤੇ ਲੋਕਾਂ ਨੂੰ ਵੀ ਨਿਕਲਣਾ ਚਾਹੀਦਾ ਤੇ ਨਜਾਇਜ਼ ਕਿਸਮ ਦੇ ਜਿਹੜੇ ਕੰਮ ਹੈ ਉਹਨਾਂ ਦੇ ਖਿਲਾਫ ਇੱਕ ਰੋਸ, ਇੱਕ ਗੁੱਸਾ ਜਿਹੜਾ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਡੇ ਸਾਹਮਣੇ ਜ਼ਰੂਰ ਆਉਣਾ ਚਾਹੀਦਾ ਹੈ। ਇਹਦੇ ਨਾਲ ਹੀ ਅਸੀਂ ਅੱਜ ਦਾ ਇਹ ਪਹਿਲਾ ਸੈਗਮੈਂਟ ਇੱਥੇ ਖਤਮ ਕਰਾਂਗੇ। ਅਗਲੇ ਸੈਗਮੈਂਟ 'ਚ ਮਿਲਦੇ ਹਾਂ ਕੁਝ ਹੋਰ ਨਵੀਆਂ ਗੱਲਾਂ ਦੇ ਨਾਲ। ਪੰਜਾਬੀ ਰੇਡੀਓ USA ਦੇ ਸਾਂਝੀ ਸੱਤ ਪ੍ਰੋਗਰਾਮ ਦੇ ਦੂਸਰੇ ਸੈਗਮੈਂਟ ਦੇ ਵਿੱਚ ਇੱਕ ਵਾਰ ਫਿਰ ਮੈਂ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦੋਸਾਂਝ ਹਾਜ਼ਰ ਹਾਂ। ਇਸ ਸੈਗਮੈਂਟ ਦੇ ਵਿੱਚ ਅਸੀਂ ਦੋ ਗੱਲਾਂ ਤੁਹਾਡੇ ਨਾਲ ਕਰਨੀਆਂ। ਨੰਬਰ ਇੱਕ ਗੱਲ ਅਸੀਂ ਕਰਾਂਗੇ ਪੰਜਾਬ ਦੇ ਵਿੱਚ ਕਿਵੇਂ ਅਧਿਆਪਕ ਜਿਹੜਾ ਆ ਉਹਨੂੰ ਸੜਕਾਂ ਤੇ ਲਿਆਂਦਾ ਗਿਆ ਹੈ। ਦੂਸਰੀ ਗੱਲ ਅਸੀਂ ਭਾਰਤ ਦੇ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਜਿਹੜੀਆਂ ਲਗਾਤਾਰ ਵੱਧ ਰਹੀਆਂ ਨੇ ਉਹਦੇ ਬਾਰੇ ਚਰਚਾ ਕਰਾਂਗੇ। ਸੋ ਪਹਿਲੀ ਗੱਲ, ਜਦੋਂ ਅਸੀਂ ਅਧਿਆਪਕਾਂ ਬਾਰੇ ਕਰ ਰਹੇ ਹਾਂ ਤੇ ਤੁਸੀਂ ਰੋਜ਼ ਖਬਰਾਂ 'ਚ ਸੁਣ ਰਹੇ ਹੋ ਕਿ ਪੰਜਾਬ ਦੇ ਵਿੱਚ ਅਧਿਆਪਕਾਂ ਦੇ ਨਾਲ ਕਿੰਨੀ ਅਣਹੋਣੀ ਕੀਤੀ ਗਈ ਹੈ। ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਤਾ ਵੀ ਜਿਹੜੇ ਪਿਛਲੇ 10 ਸਾਲ ਤੋਂ ਕੰਮ ਕਰ ਰਹੇ ਨੇ ਟੀਚਰ, ਅਧਿਆਪਕ, 42,800 ਰੁਪਏ ਉਹਨਾਂ ਦੀ ਤਨਖਾਹ ਆ ਵੀ ਤੁਹਾਨੂੰ ਅਸੀਂ ਰੈਗੂਲਰ ਕਰ ਦਿੰਦੇ ਹਾਂ, ਪਰ ਤੁਹਾਨੂੰ ਰੈਗੂਲਰ ਤਾਂ ਕਰਾਂਗੇ ਜੇ ਤੁਸੀਂ 3 ਸਾਲ ਤੱਕ 15,000 ਰੁਪਏ ਪਰ ਮੰਥ ਕੰਮ ਕਰਨਾ ਮੰਨ ਲਓ। ਇਹ ਸ਼ਰਤ ਲਾਤੀ। ਹੁਣ ਤੁਸੀਂ ਦੱਸੋ ਵੀ 10 ਸਾਲ ਤੋਂ ਜਿਨ੍ਹਾਂ ਬੱਚਿਆਂ ਨੇ ਜਿਹੜੇ ਪੜ੍ਹਾ ਰਹੇ ਨੇ ਗਾਂ ਬੱਚਿਆਂ ਨੂੰ 42,800 ਰੁਪਏ ਦੀ ਤਨਖਾਹ ਤੇ ਕੰਮ ਕੀਤਾ, ਉਹਨਾਂ ਦੇ ਘਰ ਦੇ ਖਰਚੇ, ਉਹ ਸਾਰਾ ਕੁਝ ਉਹਦਾ ਡਿਜ਼ਾਈਨ ਹੋ ਚੁੱਕਾ, ਉਹ ਅਚਾਨਕ ਹੀ 75% ਦੀ ਕਟੌਤੀ ਕਿੱਦਾਂ ਪ੍ਰਵਾਨ ਕਰ ਸਕਦੇ ਆ। ਸਰਕਾਰ ਇਹਨਾਂ ਝੂਠ ਬੋਲ ਰਹੀ ਹੈ। ਸਰਕਾਰ ਦਾ ਕਹਿਣਾ ਇਹ ਹੈ ਕਿ 90% ਜਿਹੜੇ ਟੀਚਰ ਆ ਉਹ ਰੈਗੂਲਰ ਹੋਣ ਵਾਸਤੇ ਤਿਆਰ ਆ, ਪਰ ਅੱਜ ਜਿਹੜਾ ਪਟਿਆਲੇ ਦੇ ਵਿੱਚ ਇਕੱਠ ਹੋਇਆ, ਜਿਹੜੇ ਅਧਿਆਪਕ ਇਹਦੇ ਨਾਲ ਸਿੱਧੇ ਤੌਰ ਦੇ ਉੱਤੇ ਪ੍ਰਭਾਵਿਤ ਹੋਏ ਨੇ ਉਹ ਤਾਂ ਹੈਗੇ ਹੀ ਆ, ਲਗਾਤਾਰ ਧਰਨੇ ਤੇ ਬੈਠੇ ਆ, ਮਰਦ ਵਰਤ ਤੇ ਵੀ ਬੈਠੇ ਆ। ਪਰ ਅੱਜ ਜਿੱਦਾਂ ਬਾਕੀ ਅਧਿਆਪਕ ਜਥੇਬੰਦੀਆਂ ਵੀ ਉਹਨਾਂ ਨਾਲ ਆ ਗਈਆਂ, ਨੌਜਵਾਨ ਵੀ ਆ ਗਏ, ਵਿਦਿਆਰਥੀ ਵੀ ਆ ਗਏ, ਪਰਿਵਾਰਾਂ ਦੇ ਪਰਿਵਾਰ ਆ ਗਏ, ਬੱਚੇ ਲੈ ਕੇ, ਯਾਨੀ ਅਧਿਆਪਕਾਂ ਦੇ ਬੱਚੇ ਵੀ ਨਾਲ ਬੈਠੇ ਆ ਉਸ ਧਰਨੇ ਦੇ ਉੱਤੇ। ਤੇ ਅੱਜ ਪਟਿਆਲੇ ਸ਼ਹਿਰ ਦੇ ਵਿੱਚ ਹਰ ਪਾਸੇ ਅਧਿਆਪਕ ਦਿਖਾਈ ਦੇ ਰਿਹਾ। ਉਹ ਤੋਂ ਪ੍ਰਮਾਣਿਤ ਹੋ ਗਿਆ, ਉਹ ਤੋਂ ਇਹ ਸਾਬਤ ਹੋ ਗਿਆ ਵੀ ਸਰਕਾਰ ਜਿਹੜੀ ਗੱਲ ਕਹਿ ਰਹੀ ਹੈ ਕਿ 90% ਅਧਿਆਪਕ ਰੈਗੂਲਰ ਹੋਣ ਲਈ ਤਿਆਰ ਆ 15,000 ਰੁਪਏ ਤੇ, ਉਹ ਬਿਲਕੁਲ ਝੂਠ ਹੈ, ਫਜ਼ੂਲ ਗੱਲ ਕੀਤੀ ਜਾ ਰਹੀ ਹੈ। ਇਹਦੇ ਤੇ ਜਦੋਂ ਅਸੀਂ ਗੱਲ ਕਰ ਰਹੇ ਹਾਂ ਤੇ ਸਾਨੂੰ ਇਹ ਸਮਝਣਾ ਪਏਗਾ ਵੀ ਕਿਸੇ ਵੀ ਸੁਸਾਇਟੀ ਜਾਂ ਕਿਸੇ ਵੀ ਸਮਾਜ ਦੇ ਵਿੱਚ, ਕਿਸੇ ਵੀ ਮੁਲਕ ਜਾਂ ਕਿਸੇ ਵੀ ਸੂਬੇ ਦੇ ਵਿੱਚ ਜਿਹੜੀ ਰੀੜ੍ਹ ਦੀ ਹੱਡੀ ਹੁੰਦੀ ਹੈ ਉਹ ਅਧਿਆਪਕ ਹੁੰਦੇ ਆ। ਅਧਿਆਪਕ ਨੇ ਤੁਹਾਡਾ ਫਿਊਚਰ ਜਿਹੜਾ ਆ ਉਹਨੂੰ ਬਣਾਉਣਾ ਹੁੰਦਾ। ਜਿਨ੍ਹਾਂ ਨੇ ਤੁਹਾਡਾ ਭਵਿੱਖ ਬਣਾਉਣਾ, ਜੇ ਤੁਸੀਂ ਉਹਨਾਂ ਨੂੰ ਹੀ ਉਹਨਾਂ ਦੀ ਰੀੜ੍ਹ ਦੀ ਹੱਡੀ ਨੂੰ ਤੋੜ ਦਿਓਗੇ ਤਾਂ ਤੁਹਾਡਾ ਭਵਿੱਖ ਕਿਵੇਂ ਬਣੇਗਾ। ਜਦੋਂ ਇਹ ਸਵਾਲ ਉੱਠਦੇ ਆ ਪੰਜਾਬ ਦੇ ਵਿੱਚ ਵੀ ਪੰਜਾਬ ਦੀ ਜਵਾਨੀ ਜਿਹੜੀ ਹੈ +2 ਤੋਂ ਬਾਅਦ ਜਾਂ ਗ੍ਰੈਜੂਏਸ਼ਨ ਤੋਂ ਬਾਅਦ ਕਿਉਂ ਬਾਹਰ ਭੱਜ ਰਹੀ ਹੈ। ਅੱਜ ਪੰਜਾਬ ਦੀ ਜਵਾਨੀ ਜਾਂ ਪੰਜਾਬ ਦੇ ਨੌਜਵਾਨ ਜਿਹੜੇ ਆ, ਪੰਜਾਬ ਦੇ ਵਿਦਿਆਰਥੀ ਜਿਹੜੇ ਆ, ਲੱਖਾਂ ਦੀ ਗਿਣਤੀ ਦੇ ਵਿੱਚ ਹਰ ਸਾਲ ਕਿਉਂ ਕੈਨੇਡਾ, ਅਮਰੀਕਾ ਜਾਂ ਬਰਤਾਨੀਆ ਜਾਂ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਭੱਜ ਰਹੇ ਆ। ਤਾਂ ਉਹਦਾ ਇੱਕ ਕਾਰਨ ਇਹ ਹੈ ਕਿ ਇੱਥੇ ਸਿੱਖਿਆ ਦੇ ਨਾਲ ਰੁਜ਼ਗਾਰ ਨਹੀਂ ਜੋੜਿਆ ਗਿਆ। ਸਿੱਖਿਆ, ਪਹਿਲੀ ਗੱਲ ਤਾਂ ਜਿਹੜੀ ਸਾਡੀ ਐਜੂਕੇਸ਼ਨ ਸਿਸਟਮ ਹੈ ਉਹ ਬਹੁਤ ਬੁਰੀ ਤਰ੍ਹਾਂ ਕਲੈਪਸ ਹੋ ਚੁੱਕਾ। ਤੇ ਇਹ ਐਜੂਕੇਸ਼ਨ ਸਿਸਟਮ ਇੱਦਾਂ ਦਾ ਸਾਡਾ ਵੀ ਇਹ ਇੱਕ ਕਿਸਮ ਦਾ ਬੇਰੁਜ਼ਗਾਰਾਂ ਦੀਆਂ ਫੈਕਟਰੀਆਂ ਦੇ ਤੌਰ ਦੇ ਉੱਤੇ ਤੁਸੀਂ ਯੂਨੀਵਰਸਿਟੀਆਂ ਨੂੰ ਦੇਖ ਸਕਦੇ ਹੋ, ਕਾਲਜਾਂ ਨੂੰ ਜਾਂ ਸਕੂਲਾਂ ਨੂੰ ਦੇਖ ਸਕਦੇ ਹੋ। ਇੱਥੋਂ ਬੇਰੁਜ਼ਗਾਰ ਨਿਕਲਦੇ ਨੇ। ਚਾਹੀਦਾ ਤਾਂ ਇਹ ਹੁੰਦਾ ਹੈ ਕਿ ਜੇ ਬੱਚਾ ਸਕੂਲ ਜਾਂ ਕਾਲਜ 'ਚੋਂ ਆਪਣੀ ਪੜ੍ਹਾਈ ਪੂਰੀ ਕਰਕੇ ਨਿਕਲੇ, ਯੂਨੀਵਰਸਿਟੀ 'ਚੋਂ ਪੜ੍ਹਾਈ ਪੂਰੀ ਕਰਕੇ ਨਿਕਲੇ, ਤਾਂ ਨੌਕਰੀ ਜਿਹੜੀ ਆ ਉਹਦਾ ਉਡੀਕ ਕਰ ਰਹੀ ਹੋਵੇ, ਨੌਕਰੀ ਉਹਦਾ ਇੰਤਜ਼ਾਰ ਕਰ ਰਹੀ ਹੋਵੇ। ਉਲਟਾ ਹੋ ਰਿਹਾ ਹੈ ਕਿ ਜਿਨ੍ਹਾਂ ਨੂੰ ਨੌਕਰੀ ਦਿੱਤੀ ਹੋਈ ਆ ਸਰਕਾਰ ਨੇ, ਉਸ ਨੌਕਰੀ ਦੇ ਵਿੱਚ ਵੀ ਰਿਡਿਊਸ ਉਹਨਾਂ ਨੂੰ ਕੀਤਾ ਜਾ ਰਿਹਾ ਹੈ। ਨਵੀਂ ਨੌਕਰੀ ਤਾਂ ਕੀ ਦੇਣੀ ਹੈ, ਜਿਹੜੀ ਨੌਕਰੀ ਮਿਲੀ ਹੋਈ ਹੈ ਉਹ ਨੌਕਰੀ ਵੀ ਖੋਈ ਜਾ ਰਹੀ ਹੈ। ਸੋ ਇੱਕ ਕਿਸਮ ਦਾ ਪੰਜਾਬ ਸਰਕਾਰ ਦਾ ਬਹੁਤ ਵੱਡਾ ਧੱਕਾ ਜਿਹੜਾ ਅਧਿਆਪਕ ਜਮਾਤ ਨਾਲ ਹੋ ਰਿਹਾ ਹੈ, ਉਹਦੇ ਖਿਲਾਫ ਜਿਸ ਕਿਸਮ ਦੀ ਮੁਹਿੰਮ ਚੱਲ ਰਹੀ ਹੈ, ਇਸ ਮੁਹਿੰਮ ਨੇ ਸਰਕਾਰ ਦੀਆਂ ਜੜ੍ਹਾਂ ਨੂੰ ਹਿਲਾ ਦੇਣਾ ਹੈ। ਅਧਿਆਪਕਾਂ ਦੇ ਨਾਲ ਜੇ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਫਿਰ ਤੁਹਾਡਾ ਭਵਿੱਖ ਕਿੱਦਾਂ ਦਾ ਹੋ ਸਕਦਾ, ਇਸ ਗੱਲ ਦਾ ਜਿਹੜਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। ਅੱਜ ਪਟਿਆਲਾ ਸ਼ਹਿਰ ਜਿਹੜਾ ਆ ਉਹ ਭਰਿਆ ਪਿਆ ਅਧਿਆਪਕਾਂ ਦੇ ਨਾਲ, ਉਹਨਾਂ ਦੇ ਟੱਬਰਾਂ ਦੇ ਨਾਲ, ਉਹਨਾਂ ਦੇ ਬੱਚਿਆਂ ਦੇ ਨਾਲ, ਤੇ ਬਹੁਤ ਸਾਰੀਆਂ ਮੁਲਾਜ਼ਮ ਜਥੇਬੰਦੀਆਂ ਹੋਰ ਵੀ, ਤੇ ਜਿਹੜੇ ਵੱਖ-ਵੱਖ ਖੇਤਰਾਂ 'ਚ ਕੰਮ ਕਰਨ ਵਾਲੇ ਲੋਕ ਹੈ ਉਹ ਵੀ ਉਹਨਾਂ ਦੇ ਹੱਕ ਦੇ ਵਿੱਚ ਉੱਥੇ ਉਤਰ ਆਏ ਹੈ।
ਮੈਨੂੰ ਇਹ ਲੱਗਦਾ ਹੈ ਕਿ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣਾ ਪਏਗਾ। ਪੰਜਾਬ ਦੇ ਸਿੱਖਿਆ ਮੰਤਰੀ ਲਗਾਤਾਰ ਦਬਕੇ ਮਾਰ ਰਹੇ ਨੇ, ਕੁਝ ਅਧਿਆਪਕਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਕਿ ਤੁਸੀਂ ਇਹ ਗੱਲ ਕਿਉਂ ਉਠਾ ਰਹੇ ਹੋ। ਪਰ ਜਿਨ੍ਹਾਂ ਬੱਚਿਆਂ ਨੇ 10 ਸਾਲ ਤੱਕ ਕੰਮ ਕੀਤਾ 42,800 ਰੁਪਏ ਤੇ, ਉਹ 15,000 ਰੁਪਏ ਨਾਲ ਆਪਣੇ ਘਰ ਦਾ ਕਿੱਦਾਂ ਗੁਜ਼ਾਰਾ ਕਰਨਗੇ। 15,000 ਰੁਪਏ ਦੇ ਵਿੱਚ, ਭਾਰਤ ਦੇ ਵਿੱਚ 15,000 ਰੁਪਏ ਦੇ ਵਿੱਚ ਗੁਜ਼ਾਰਾ ਇੱਕ ਪਰਿਵਾਰ ਦਾ, 4 ਮੈਂਬਰੀ ਪਰਿਵਾਰ ਦਾ ਹੋ ਹੀ ਨਹੀਂ ਸਕਦਾ, ਕਿਸੇ ਵੀ ਰੂਪ ਵਿੱਚ ਹੋ ਸਕਦਾ। ਦੂਜੀ ਗੱਲ, ਅਧਿਆਪਕਾਂ ਦੀਆਂ ਬਦਲੀਆਂ ਜਾਂ ਅਧਿਆਪਕਾਂ ਦੇ ਸਟੇਸ਼ਨ ਇਸ ਤਰ੍ਹਾਂ ਦਿੱਤੇ ਗਏ ਆ ਕਿ ਉਹ ਆਪਣੇ ਘਰਾਂ ਤੋਂ ਬਹੁਤ ਦੂਰ ਨੇ, ਤੇ ਆਪਣੇ ਘਰਾਂ ਤੋਂ ਦੂਰ ਰਹਿ ਕੇ, ਕਿਰਾਏ ਦੇ ਮਕਾਨਾਂ 'ਚ ਰਹਿ ਕੇ, ਕਿਰਾਏ ਦੇ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਲੈ ਕੇ ਉਹ ਕਿੱਦਾਂ ਆਪਣੇ ਆਪ ਨੂੰ ਬਚਾ ਸਕਣਗੇ। ਸੋ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਬਹੁਤ ਵੱਡਾ ਇੱਕ ਕੰਪੇਨ ਜਾਂ ਬਹੁਤ ਵੱਡੀ ਕੰਪੇਨ ਤੁਸੀਂ ਦੇਖੋਗੇ, ਮੁਹਿੰਮ ਦੇਖੋਗੇ, ਤੇ ਸਰਕਾਰ ਨੂੰ ਇਸ ਫੈਸਲੇ ਤੇ ਰੀਥਿੰਕ ਕਰਨਾ ਹੀ ਪਏਗਾ। ਇਹ ਉਹ ਸਰਕਾਰ ਹੈ ਜਿਹੜੀ ਨੌਜਵਾਨਾਂ ਨੂੰ ਲਾਰੇ ਲਾਉਂਦੀ ਹੈ ਕਿ ਤੁਹਾਨੂੰ ਸਮਾਰਟਫੋਨ ਦਿੱਤੇ ਜਾਣਗੇ। ਨੌਜਵਾਨਾਂ ਨੂੰ ਸਮਾਰਟਫੋਨ ਦੀ ਜ਼ਰੂਰਤ ਨਹੀਂ ਹੈ, ਨੌਜਵਾਨਾਂ ਨੂੰ ਰੁਜ਼ਗਾਰ ਦੀ ਜ਼ਰੂਰਤ ਹੈ, ਤੇ ਰੁਜ਼ਗਾਰ ਇਹ ਸਰਕਾਰ ਦੇਣ ਦੀ ਥਾਂ ਦੇ ਉੱਤੇ ਖੋ ਰਹੀ ਹੈ। ਤੇ ਰੁਜ਼ਗਾਰ ਖੋਣ ਵਾਲੀ ਸਰਕਾਰ ਕਿੰਨੀ ਕੁ ਦੇਰ ਹੋਰ ਚੱਲ ਸਕਦੀ ਹੈ, ਇਸ ਗੱਲ ਦਾ ਅੰਦਾਜ਼ਾ ਅਸੀਂ ਸਾਰੇ ਲਾ ਸਕਦੇ ਹਾਂ। ਪਰ ਬਦਕਿਸਮਤੀ ਪੰਜਾਬ ਦੀ ਇਹ ਹੈ ਵੀ ਪੰਜਾਬ ਦੇ ਕੋਲ ਕੋਈ ਬਦਲ ਨਹੀਂ ਹੈ, ਜਿਸ ਕਰਕੇ ਇਸ ਤਰ੍ਹਾਂ ਦੀਆਂ ਸਰਕਾਰਾਂ ਜਿਹੜੀਆਂ ਉਹ ਮਨਾਹੀਆਂ ਕਰਦੀਆਂ ਰਹਿੰਦੀਆਂ। ਇਹ ਵੀ ਕੈਪਟਨ ਅਮਰਿੰਦਰ ਦੀ ਸਰਕਾਰ ਦੀ ਮਨਾਹੀ ਹੈ, ਤੇ ਇਹਦੇ ਤੇ ਸਰਕਾਰ ਨੂੰ ਆਪਣੇ ਫੈਸਲੇ ਨੂੰ ਵਾਪਸ ਲੈਣ ਲਈ ਮਜਬੂਰ ਕਰਨ ਵਾਸਤੇ ਲੋਕ ਏਕਤਾ ਜਿਹੜੀ ਹੈ ਉਹਦਾ ਵੱਡਾ ਹੋ ਰਿਹਾ ਇੱਕ ਮੋਰਚਾ ਆ, ਉਹ ਜ਼ਰੂਰ ਮਜਬੂਰ ਕਰੇਗਾ। ਇਸ ਗੱਲ ਦੀ ਸਾਨੂੰ ਉਮੀਦ ਹੈ। ਇਸ ਸੈਗਮੈਂਟ ਦੇ ਵਿੱਚ ਅਗਲੀ ਗੱਲ ਅਸੀਂ ਭਾਰਤ ਦੇ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਜਿਹੜੀਆਂ ਲਗਾਤਾਰ ਵਧ ਰਹੀਆਂ ਉਹਦੇ ਬਾਰੇ ਗੱਲ ਕਰਨੀ ਹੈ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧੀਆਂ ਤੇ ਇੱਕ ਪ੍ਰੈਸ਼ਰ ਜਿਹਾ ਬਣਿਆ ਨਰਿੰਦਰ ਮੋਦੀ ਸਰਕਾਰ ਤੇ। ਉਹਨਾਂ ਨੇ ਪਿਛਲੇ ਦਿਨਾਂ 'ਚ 10 ਦਿਨ ਪਹਿਲਾਂ ਕੀ ਕੀਤਾ ਵੀ ਅਸੀਂ ਜੀ ਤੁਹਾਨੂੰ ਰਾਹਤ ਦੇ ਰਹੇ ਹਾਂ, 2.5 ਰੁਪਏ ਦੀ ਕਟੌਤੀ ਕੀਤੀ ਉਹਨਾਂ ਨੇ। ਪਰ ਹਾਲੇ 11 ਦਿਨ ਵੀ ਨਹੀਂ ਗੁਜ਼ਰੇ, ਮੋਦੀ ਹੋਰਾਂ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ 2.5 ਰੁਪਏ ਦੀ ਜਿਹੜੀ ਕਟੌਤੀ ਕੀਤੀ, ਉਹ ਕਟੌਤੀ ਖਤਮ ਹੋ ਗਈ। 4 ਅਕਤੂਬਰ ਨੂੰ ਦਿੱਲੀ 'ਚ, ਜੇ ਅਸੀਂ ਭਾਰਤ ਦੀ ਰਾਜਧਾਨੀ ਦਾ ਜ਼ਿਕਰ ਕਰੀਏ, ਦਿੱਲੀ 'ਚ ਡੀਜ਼ਲ ਦੀ ਕੀਮਤ ਸੀਗੀ 75 ਰੁਪਏ 45 ਪੈਸੇ ਪਰ ਲੀਟਰ। 5 ਅਕਤੂਬਰ ਨੂੰ 2.5 ਰੁਪਏ ਘਟਾਤੇ। ਅਰੁਣ ਜੇਟਲੀ ਹੋਰਾਂ ਨੇ ਪ੍ਰੈਸ ਕਾਨਫਰੰਸ ਕੀਤੀ, ਬਹੁਤ ਵੱਡਾ ਇੱਕ ਕਿਸਮ ਦਾ ਮਾਹੌਲ ਇੱਦਾਂ ਬਣਾਇਆ ਵੀ ਲਓ ਜੀ ਅਸੀਂ ਕੀਮਤਾਂ ਘਟਾਤੀਆਂ। 5 ਅਕਤੂਬਰ ਨੂੰ 2.5 ਰੁਪਏ ਘਟਾਉਣ ਤੋਂ ਬਾਅਦ 72 ਰੁਪਏ 95 ਪੈਸੇ ਪਰ ਲੀਟਰ ਹੋ ਗਿਆ ਡੀਜ਼ਲ। ਪਰ ਹੁਣ ਜੇ ਡੀਜ਼ਲ ਦੀ ਕੀਮਤ ਦੇਖਣੀ ਹੋਵੇ ਤਾਂ ਇੱਕ ਵਾਰ ਫੇਰ ਉੱਥੇ ਪਹੁੰਚ ਗਿਆ। ਯਾਨੀ 4 ਅਕਤੂਬਰ ਨੂੰ ਜਿਹੜਾ 75 ਰੁਪਏ 45 ਪੈਸੇ ਲੀਟਰ ਸੀ, ਜਿਹੜਾ 5 ਅਕਤੂਬਰ ਨੂੰ 72 ਰੁਪਏ 95 ਪੈਸੇ ਹੋ ਗਿਆ, ਉਹ ਅੱਜ ਦੀ ਤਰੀਕ ਦੇ ਵਿੱਚ ਮੁੜ ਕੇ 75 ਰੁਪਏ 45 ਪੈਸੇ ਤੋਂ ਉੱਪਰ ਚਲ ਗਿਆ। ਯਾਨੀ ਸਰਕਾਰ ਨੇ ਘਟਾਇਆ ਸੀ ਜਿਹੜਾ 5 ਅਕਤੂਬਰ ਨੂੰ ਡੀਜ਼ਲ ਦੀ ਕੀਮਤ ਜਿਹੜੀ ਘਟਾਈ ਸੀ, ਉਹ 'ਚ 2 ਰੁਪਏ 25 ਪੈਸੇ ਦਾ ਵਾਧਾ ਹੋ ਗਿਆ ਇਹਨਾਂ 10-11 ਦਿਨਾਂ 'ਚ। 4 ਅਕਤੂਬਰ ਨੂੰ ਜਦੋਂ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ 2.5 ਰੁਪਏ ਪਰ ਲੀਟਰ ਦਾ ਕਟੌਤੀ ਕਰਨ ਦਾ ਐਲਾਨ ਕੀਤਾ, ਉਦੋਂ ਦਿੱਲੀ 'ਚ ਪੈਟਰੋਲ ਦੀ ਕੀਮਤ ਸੀ 84 ਰੁਪਏ ਪਰ ਲੀਟਰ, ਤੇ ਜਦੋਂ ਭਾਅ ਘਟ ਗਏ 2.5 ਰੁਪਏ ਤਾਂ 5 ਅਕਤੂਬਰ ਨੂੰ 81 ਰੁਪਏ 50 ਰੁਪਏ ਪਰ ਲੀਟਰ ਹੋ ਗਿਆ ਪੈਟਰੋਲ। ਤੇ ਹੁਣ ਤੱਕ ਪੈਟਰੋਲ ਦੀਆਂ ਕੀਮਤਾਂ 'ਚ ਵੀ ਕੋਈ 1.5 ਰੁਪਏ ਦੇ ਤਕਰੀਬਨ ਜਿਹੜੇ ਵੱਧ ਚੁੱਕੇ ਆ। ਕਮਾਲ ਦੀ ਗੱਲ ਇਹ ਹੈ ਵੀ ਇਸ ਦੌਰਾਨ ਇੰਟਰਨੈਸ਼ਨਲ ਲੈਵਲ ਤੇ ਜਿਹਦਾ ਬਹਾਨਾ ਸਰਕਾਰ ਅਕਸਰ ਬਣਾਉਂਦੀ ਹੈ, ਕੱਚੇ ਤੇਲ ਦੀਆਂ ਕੀਮਤਾਂ $5 ਹੇਠਾਂ ਆ ਗਈਆਂ। ਜਾਣੀ ਨਰਿੰਦਰ ਮੋਦੀ ਦੀ ਸਰਕਾਰ ਦੇ ਫੈਸਲੇ ਤੋਂ ਬਾਅਦ ਤੇਲ ਦੀਆਂ ਕੰਪਨੀਆਂ ਜਿਹੜੀਆਂ ਉਹਨਾਂ ਨੇ ਜਿਹੜਾ ਕਿਹਾ ਸੀ ਮੈਨੂੰ ਘਾਟਾ ਪਊਗਾ, ਉਹਨਾਂ ਦਾ ਘਾਟਾ ਪਿਆ ਨਹੀਂ, ਉਹਨਾਂ ਨੇ ਆਪਣੇ ਘਾਟੇ ਪੂਰੇ ਕਰ ਲਏ, ਕਿਉਂਕਿ ਕੱਚੇ ਤੇਲ ਦੀਆਂ ਕੀਮਤਾਂ $5 ਜਿਹੜੀਆਂ ਘਟ ਗਈਆਂ ਪਰ ਬੈਰਲ। 10-11 ਦਿਨਾਂ 'ਚ ਉਹਨਾਂ ਨੇ ਤੇਲ ਦੀਆਂ ਕੰਪਨੀਆਂ ਨੇ ਆਪਣਾ ਨੁਕਸਾਨ ਰਿਕਵਰ ਕਰ ਲਿਆ ਤੇ ਕੀਮਤਾਂ ਰੁਕ ਨਹੀਂ ਰਹੀਆਂ। ਕੱਚੇ ਤੇਲ ਦੀ ਕੀਮਤ ਜਿਹੜੀ ਘਟੀ, ਉਹਦਾ ਲਾਭ ਕਿਹਨੂੰ ਮਿਲਣਾ ਚਾਹੀਦਾ? ਉਹਦਾ ਲਾਭ ਮਿਲਣਾ ਚਾਹੀਦਾ ਖਪਤਕਾਰ ਨੂੰ, ਮੈਨੂੰ ਮਿਲਣਾ ਚਾਹੀਦਾ, ਜਾਂ ਜਿਹੜੇ ਭਾਰਤ ਦੇ ਜਿਹੜੇ ਆਮ ਖਪਤਕਾਰ ਹੈ ਉਹਨਾਂ ਨੂੰ ਮਿਲਣਾ ਚਾਹੀਦਾ। ਉਹ ਲਾਭ ਉਹਨਾਂ ਨੂੰ ਨਹੀਂ ਮਿਲਿਆ, ਸਗੋਂ ਉਲਟਾ ਕੀਮਤਾਂ ਵਧਾ ਕੇ ਜਿਹੜਾ ਹੋਰ ਬੋਝ ਜਿਹੜਾ ਲੋਕਾਂ ਤੇ ਪਾ ਦਿੱਤਾ ਗਿਆ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕੀਮਤਾਂ ਹੋਰ ਵਧਣੀਆਂ, ਕਿਉਂਕਿ ਇੱਕ ਵੀ ਦਿਨ ਇਦਾਂ ਦਾ ਨਹੀਂ ਹੈ ਜਦੋਂ ਕੀਮਤਾਂ ਨਾ ਵਧ ਰਹੀਆਂ ਹੋਣ। ਰੋਜ਼ 15 ਪੈਸੇ 20 ਪੈਸੇ ਪਰ ਲੀਟਰ ਪੈਟਰੋਲ ਤੇ ਡੀਜ਼ਲ ਦੀ ਕੀਮਤ ਵਧ ਰਹੀ ਹੈ, ਰੋਜ਼ ਲਗਾਤਾਰ ਵਧ ਰਹੀ ਹੈ, ਲਗਾਤਾਰ। ਇੱਕ ਵੀ ਦਿਨ ਇਦਾਂ ਦਾ ਨਹੀਂ ਜਦੋਂ ਤੇਲ ਕੰਪਨੀਆਂ ਨੇ ਇਹ ਕੀਮਤਾਂ ਨਾ ਵਧਾਈਆਂ ਹੋਣ। ਹੁਣ ਇਹ 'ਚ ਇੱਕ ਵੱਡੀ ਗੱਲ ਕਰਨ ਵਾਲੀ ਇਹ ਹੈ ਵੀ ਸਰਕਾਰ ਇੰਨਾ ਦਿਖਾਵਾ ਕਰਦੀ ਹੈ ਵੀ ਅਸੀਂ ਲੋਕਾਂ ਦੇ ਭਲੇ ਦੇ ਕੰਮ ਕਰਦੇ ਹਾਂ, ਪਰ GST ਦੇ ਵਿੱਚ ਕਿਉਂ ਨਹੀਂ ਲਿਆਂਦਾ ਤੇਲ ਦਾ ਜਿਹੜਾ ਇਹ ਦੋਨੋਂ ਪੈਟਰੋਲ ਤੇ ਡੀਜ਼ਲ ਦਾ ਮਾਮਲਾ, ਰਸੋਈ ਗੈਸ, ਮਤਲਬ ਪੈਟਰੋਲ ਤੇ ਡੀਜ਼ਲ ਨੂੰ GST ਦੇ ਅੰਡਰ ਜੇ ਲਿਆਂਦਾ ਜਾਵੇ ਤਾਂ ਅੱਜ ਹੀ 40% ਕੀਮਤਾਂ ਪੈਟਰੋਲ ਤੇ ਡੀਜ਼ਲ ਦੀਆਂ ਘਟ ਸਕਦੀਆਂ।
GST ਜਿਹਨੂੰ ਕਿਹਾ ਗਿਆ ਸੀ ਇਸ ਸਰਕਾਰ ਵੱਲੋਂ ਕਿ ਇੱਕ ਮੁਲਕ ਇੱਕ ਟੈਕਸ, ਜਿੱਦਾਂ ਇਸ ਮੁਲਕ ਨੂੰ ਇੱਕ ਰੰਗ 'ਚ ਰੰਗਣ ਦੀ ਕੋਸ਼ਿਸ਼ ਹੋ ਰਹੀ ਹੈ ਵੀ ਇੱਕ ਮੁਲਕ ਇੱਕ ਭਾਸ਼ਾ, ਇੱਕ ਪਹਿਰਾਵਾ, ਇੱਕ ਖਾਣਾ, ਇੱਦਾਂ ਇਹ ਪ੍ਰਚਾਰ ਕੀਤਾ ਗਿਆ ਸੀ ਕਿ ਇੱਕ ਮੁਲਕ ਇੱਕ ਟੈਕਸ, ਵੀ GST ਲੈ ਕੇ ਆ ਰਹੇ ਆ ਜੀ, ਇੱਕੋ ਟੈਕਸ ਹੋਊਗਾ। ਪਰ GST ਚੋਂ ਸ਼ਰਾਬ ਵੀ ਬਾਹਰ ਹੈ। ਸ਼ਰਾਬ ਦੇ ਮੈਂ ਹੱਕ 'ਚ ਨਹੀਂ ਹੈਗਾ, ਪਰ ਜੇ ਗੱਲ ਕਰਨੀ ਹੋਵੇ ਤਾਂ ਗੋਆ ਦੇ ਵਿੱਚ, ਬੰਬੇ ਦੇ ਵਿੱਚ, ਦਿੱਲੀ ਦੇ ਵਿੱਚ, ਚੰਡੀਗੜ੍ਹ ਦੇ ਵਿੱਚ, ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ, ਈਵਨ ਚੰਡੀਗੜ੍ਹ ਤੇ ਪੰਜਾਬ ਦੇ ਨੇੜੇ ਤੇੜੇ ਜਿਹੜੇ ਇਲਾਕੇ ਆ, ਸ਼ਰਾਬ ਦੀਆਂ ਕੀਮਤਾਂ ਵੱਖੋ ਵੱਖਰੀਆਂ। ਕਿਉਂ ਨਹੀਂ? ਜੇ ਬਿਸਕੁਟ ਤੁਹਾਨੂੰ 10 ਰੁਪਏ ਦਾ ਰੇਟ ਲਿਖਿਆ ਹੋਇਆ, ਤੁਸੀਂ ਭਾਰਤ ਦੇ ਕਿਸੇ ਵੀ ਦੁਕਾਨ ਤੋਂ ਜਾ ਕੇ ਬਿਸਕੁਟ ਦਾ ਪੈਕੇਟ ਲਓ ਤੇ ਜੇ 10 ਰੁਪਏ ਰੇਟ ਲਿਖਿਆ ਹੈ, ਤੁਹਾਨੂੰ ਚੰਡੀਗੜ੍ਹ 'ਚ ਵੀ 10 ਰੁਪਏ ਦਾ ਪੈਕੇਟ ਮਿਲੂਗਾ ਬਿਸਕੁਟ ਦਾ, ਦਿੱਲੀ 'ਚ ਵੀ ਉਹੀ ਬਿਸਕੁਟ ਦਾ ਪੈਕੇਟ 10 ਰੁਪਏ ਦਾ ਮਿਲੂਗਾ। ਫਿਰ ਉਹ ਸ਼ਰਾਬ ਜਿਹੜੀ ਹੈ ਉਹਦੀ ਕੀਮਤ ਚੰਡੀਗੜ੍ਹ 'ਚ ਵੱਖਰੀ ਕਿਉਂ, ਪੰਜਾਬ 'ਚ ਵੱਖਰੀ ਕਿਉਂ? ਸਮਗਲਿੰਗ ਵਾਸਤੇ ਜਿਹੜੀ ਸ਼ਰਾਬ ਦੀ ਸਮਗਲਿੰਗ ਹੁੰਦੀ ਹੈ, ਉਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਵੀ ਚੰਡੀਗੜ੍ਹ ਦੇ ਵਿੱਚ ਸ਼ਰਾਬ ਸਸਤੀ ਹੈ, ਪੰਜਾਬ 'ਚ ਮਹਿੰਗੀ ਹੈ। ਲੋਕ ਚੰਡੀਗੜ੍ਹ ਤੋਂ ਸ਼ਰਾਬ ਲੈ ਕੇ ਸਮਗਲਿੰਗ ਕਰਦੇ ਆ। ਇੱਥੇ ਬਹੁਤ ਸਾਰੇ ਇਕੱਠ-ਬੱਠ ਹੁੰਦੇ ਆ, ਚੰਡੀਗੜ੍ਹ ਦੇ ਵਿੱਚ ਲੋਕ ਆਉਂਦੇ ਆ ਇਕੱਠ-ਬੱਠ ਦੇ ਵਿੱਚ, ਜਿਹੜੇ ਸਿਆਸੀ ਇਕੱਠ ਹੁੰਦੇ ਆ, ਤੇ ਇੱਥੋਂ ਸ਼ਰਾਬ ਦੀਆਂ ਪੇਟੀਆਂ ਲੈ ਕੇ ਜਾਂਦੇ ਚੰਡੀਗੜ੍ਹ ਤੋਂ, ਕਿਉਂਕਿ ਪੰਜਾਬ 'ਚ ਮਹਿੰਗੀ ਸ਼ਰਾਬ ਮਿਲਦੀ ਹੈ। ਸ਼ਰਾਬ ਦੇ ਮੈਂ ਹੱਕ 'ਚ ਨਹੀਂ, ਜਿੱਦਾਂ ਮੈਂ ਸ਼ੁਰੂ 'ਚ ਕਿਹਾ, ਪਰ ਮੈਂ ਇੱਕ ਉਦਾਹਰਨ ਦੇ ਤੌਰ ਤੇ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਹੈ ਵੀ ਸ਼ਰਾਬ ਦਾ ਇੱਕ ਰੇਟ ਨਹੀਂ ਹੈ ਭਾਰਤ ਦੇ ਵਿੱਚ। ਬਿਸਕੁਟ ਦਾ ਇੱਕ ਰੇਟ ਹੈ, ਚੀਨੀ ਦਾ ਇੱਕ ਰੇਟ ਹੈ। ਜਿੰਨੀ ਚੀਨੀ ਦਾ ਰੇਟ ਤੁਹਾਨੂੰ ਦਿੱਲੀ 'ਚ ਮਿਲੂਗਾ, ਉਹੀ ਤੁਹਾਨੂੰ ਚੰਡੀਗੜ੍ਹ 'ਚ ਮਿਲੂਗਾ। ਇਹਦੇ ਪੈਟਰੋਲ ਤੇ ਡੀਜ਼ਲ ਬੰਬੇ 'ਚ ਹੋਰ ਰੇਟ ਹੈ, ਤੇ ਚੰਡੀਗੜ੍ਹ 'ਚ ਹੋਰ ਰੇਟ ਹੈ, ਦਿੱਲੀ 'ਚ ਹੋਰ ਰੇਟ ਹੈ, ਪੰਜਾਬ ਦੇ ਵਿੱਚ ਹੋਰ ਰੇਟ ਹੈ। ਜੇ ਤੁਸੀਂ ਇਹ ਸਾਰੀਆਂ ਚੀਜ਼ਾਂ, ਸ਼ਰਾਬ ਨੂੰ ਤੇ ਪੈਟਰੋਲ ਡੀਜ਼ਲ ਨੂੰ GST 'ਚ ਲੈ ਆਓਗੇ, ਲਾਜ਼ਮੀ ਤੌਰ ਤੇ ਇੱਕ ਰੇਟ ਹੋ ਜਾਊਗਾ। GST 'ਚ ਇਸ ਕਰਕੇ ਨਹੀਂ ਲਿਆਂਦਾ ਜਾ ਰਿਹਾ ਕਿਉਂਕਿ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ। ਤੇਲ ਕੰਪਨੀਆਂ ਜਿਹੜੀਆਂ ਆ, ਅੰਬਾਨੀਆਂ, ਅਡਾਨੀਆਂ ਨੂੰ ਲਾਭ ਦੇਣੇ ਆ, ਇਸ ਕਰਕੇ ਉਹ ਲਾਭ ਦੇਣ ਦੀ ਮਾਰੇ ਸਰਕਾਰ ਅਸਲ ਦੇ ਵਿੱਚ ਲੋਕਾਂ ਦੀ ਨਹੀਂ ਹੈ। ਇਹ ਸਰਕਾਰ ਅੰਬਾਨੀਆਂ ਦੀ ਹੈ, ਇਹ ਅਡਾਨੀਆਂ ਦੀ ਸਰਕਾਰ ਹੈ। ਉਹਨਾਂ ਦੇ ਪੱਖ 'ਚ ਕੰਮ ਕਰਦੀ ਹੈ, ਲੋਕਾਂ ਦੇ ਪੱਖ 'ਚ ਨਹੀਂ ਕੰਮ ਕਰਦੀ। ਇਸ ਕਰਕੇ ਇਹ ਮਾਹੌਲ ਬਣਿਆ ਹੋਇਆ। ਪਰ ਇਹਦਾ ਜਵਾਬ ਲੋਕ ਸ਼ਾਇਦ ਜਿਹੜੀਆਂ 5 ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਉਹਦੇ 'ਚ ਲੈ ਸਕਦੇ ਆ, ਪਰ ਇਹਨਾਂ ਦੀ ਥਾਂ ਦੇ ਉੱਤੇ ਜਿਨ੍ਹਾਂ ਨੂੰ ਲੈ ਕੇ ਆਉਣਾ ਉਹ ਵੀ ਲਗਭਗ ਉਦਾਂ ਦੀ ਹੀ ਹੈ। ਉਸ ਤੋਂ ਬਾਅਦ 2019 ਦੀਆਂ ਲੋਕ ਸਭਾ ਚੋਣਾਂ ਹੈ, ਉਦੋਂ ਲੋਕ ਫੈਸਲਾ ਕਰਨਗੇ ਕਿ ਇਹ ਸਰਕਾਰ ਜਿਹੜੀ, ਜਿਹਨੇ ਕਿਹਾ ਸੀ ਅੱਛੇ ਦਿਨ ਆਉਣਗੇ, ਉਹ ਕਿੰਨੇ ਕੁ ਅੱਛੇ ਦਿਨ ਇਹ ਸਰਕਾਰ ਲੈ ਕੇ ਆਈ ਹੈ। ਨਰਿੰਦਰ ਮੋਦੀ ਦੀ ਸਰਕਾਰ ਨਾਲ ਜੁੜੇ ਹੋਰ ਵੀ ਬੜੇ ਮਸਲੇ ਜਿੱਥੇ ਅਸੀਂ ਅਕਸਰ ਚਰਚਾ ਕਰਦੇ ਹਾਂ, ਪਰ ਪੈਟਰੋਲ ਤੇ ਡੀਜ਼ਲ ਦੇ ਮਾਮਲੇ ਵਿੱਚ ਇਹ ਉਹੀ ਸਰਕਾਰ ਹੈ ਜਿਹਦੇ 'ਚ ਜਿਹੜੇ ਲੋਕ ਸਿਮਰਤੀ ਇਰਾਨੀ ਵਰਗੇ, ਅਰੁਣ ਜੇਟਲੀ ਵਰਗੇ ਜਾਂ ਖੁਦ ਨਰਿੰਦਰ ਮੋਦੀ ਵਰਗੇ ਲੋਕ ਜਿਹੜੇ ਹੈ, ਜਦੋਂ ਸਰਕਾਰ 'ਚ ਨਹੀਂ ਸੀ, ਪੈਟਰੋਲ ਤੇ ਡੀਜ਼ਲ ਦੇ ਮਾਮਲੇ ਵਿੱਚ ਅਕਸਰ ਇੱਦਾਂ ਦੀ ਗੱਲ ਕਰਦੇ ਸੀ ਕਿ ਇਹ ਕੀ ਹੋ ਰਿਹਾ, ਕਿਵੇਂ ਭਾਰਤ ਦੇ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧ ਰਹੀਆਂ, ਜਦਕਿ ਇੰਟਰਨੈਸ਼ਨਲ ਲੈਵਲ ਤੇ ਕੱਚੇ ਤੇਲ ਦੀਆਂ ਕੀਮਤਾਂ ਕਿੱਥੇ ਹੈ। ਤੇ ਅੱਜ ਕੱਚੇ ਤੇਲ ਦੀਆਂ ਕੀਮਤਾਂ ਜਿਹੜੀਆਂ ਘਟੀਆਂ $5, ਉਹਦੇ ਬਾਵਜੂਦ ਵੀ ਭਾਰਤ ਦੇ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧੀਆਂ। ਇਹਦਾ ਜਵਾਬ ਕੌਣ ਦੇਵੇਗਾ? ਸੋ ਇਹਦੇ ਨਾਲ ਹੀ ਅਸੀਂ ਅੱਜ ਦਾ ਦੂਜਾ ਸੈਗਮੈਂਟ ਵੀ ਇੱਥੇ ਸਮਾਪਤ ਕਰਾਂਗੇ। ਸਾਂਝੀ ਸੱਥ ਦੇ ਸਾਡੇ ਸਰੋਤਿਆਂ ਨੂੰ ਸੁਸ਼ੀਲ ਸਾਂਝ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਅਗਲੇ ਹਫ਼ਤੇ ਇਸੇ ਵਕਤ ਸਾਂਝੀ ਸੱਥ 'ਚ ਫੇਰ ਮਿਲਾਂਗੇ। ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ।